ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਕੀ ਫਤਿਹ। ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 26 ਛਲ ਮੈਂ ਬਲ ਤਰੇ ਸਪਤ ਵਿੰਸ਼ ਕਾ ਜਾਪ। 28 ਭੈ ਦੂਰ ਕੋ ਹੋਏ ਬੱਜਰ ਸਮ ਪਾਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਨੌਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸੋਢੀ ਸੁਲਤਾਨ ਪਾਤਸ਼ਾਹ ਸੋਢੀ ਕੁੱਲ ਦੇ ਭੂਸ਼ਣ ਸੋਢੀਆਂ ਦੀ ਕੁੱਲ ਦੇ ਸਿਰਮੌਰ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਸਤਿਕਾਰ ਸਹਿਤ ਮਨਾਉਣਾ ਕਰ ਰਹੇ ਹੋ। ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਅੰਮ੍ਰਿਤ ਵੇਲੇ ਪਿਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆ ਕੌਰ ਜੀ ਦੇ ਉਦਰ ਤੋਂ ਸਨ 1534 ਈਸਵੀ ਨੂੰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਘਰ ਦਾ ਨਾਮ ਭਾਈ ਜੇਠਾ ਰੱਖਿਆ ਗਿਆ।
ਗੁਰੂ ਘਰ ਵਿੱਚ ਆ ਕੇ ਸਾਹਿਬ ਦਾ ਨਾਮ ਪ੍ਰਗਟ ਹੋਇਆ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਮਾਂ ਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸਤਿਗੁਰਾਂ ਦੇ ਅੰਮ੍ਰਿਤ ਨਾਮ ਦੀ ਵਿਸ਼ੇਸ਼ਤਾ ਦੱਸੀ ਕਿ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਸ਼੍ਰੀ ਰਾਮਚੰਦਰ ਜੀ ਹਨ, ਜੋ 14 ਕਲਾ ਅਵਤਾਰ ਹਨ, ਸੰਪੂਰਨ ਨਹੀਂ। ਪਰ ਉਹਨਾਂ ਨੇ ਤ੍ਰੇਤੇ ਯੁੱਗ ਵਿੱਚ ਅਵਤਾਰ ਲੈ ਕੇ ਆਪਣੇ ਆਪ ਨੂੰ ਰਾਜਾ ਰਾਮ ਕਹਾਇਆ। ਅਨੰਤ ਕਲਾਵਾਂ ਦੇ ਮਾਲਕ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਸਵਰੂਪ ਗੁਰੂ ਰਾਮਦਾਸ ਜੀ ਮਹਾਰਾਜ। ਕਿਉਂਕਿ ਸਿੱਖ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਰਮੇਸ਼ਵਰ ਸਵਰੂਪ ਕਰਕੇ ਵੇਖਦਾ ਹੈ। ਭਾਈ ਸੱਤੇ ਤੇ ਭਾਈ ਬਲਵੰਡ ਨੇ ਇਸ ਗੱਲ ਦੀ ਹਾਮੀ ਭਰੀ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਸਿੱਖ ਸੰਗਤਾਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੂੰ ਪਾਰ ਬ੍ਰਹਮ ਸਵਰੂਪ ਜਾਣ ਕੇ ਨਮਸਕਾਰ ਕਰਦੀਆਂ ਹਨ। ਆਪ ਪਾਰ ਬ੍ਰਹਮ ਪਰਮੇਸ਼ਵਰ ਨੇ, ਅਨੰਤ ਕਲਾਵਾਂ ਦੇ ਮਾਲਕ ਨੇ, ਪਰ ਸਾਹਿਬ ਦੀ ਨਿਰਮਾਣਤਾ ਤੇ ਨਿਮਰਤਾ ਤੋਂ ਬਲਿਆਰ ਜਾਈਏ ਕਿ ਉਹਨਾਂ ਨੇ ਆਪਣੇ ਆਪ ਨੂੰ ਰਾਮ ਦਾ ਦਾਸ ਕਹਾਇਆ ਹੈ। ਕਿਹੜਾ ਰਾਮ? ਜਿਹੜਾ ਰਮਿਆ ਹੋਇਆ ਆਪ ਹੀ ਨੇ। ਉਹ ਸੰਸਾਰ ਦੇ ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ ਵਿਆਪਕ ਨੇ। ਇੱਕ ਸ਼੍ਰੀ ਰਾਮਚੰਦਰ ਜੀ ਦਸ਼ਰਥ ਦੇ ਪੁੱਤਰ ਨੇ, ਇੱਕ ਰਾਮ ਜੋ ਸਾਰਿਆਂ ਵਿੱਚ ਰਮਿਆ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਸਾਹਿਬ ਕਰਦੇ ਨੇ, ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਜੋ ਜ਼ਰਰੇ ਜ਼ਰਰੇ ਵਿੱਚ ਰਮਿਆ ਹੋਇਆ। ਐਸੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ ਅੱਜ ਦੇ ਦਿਨ ਲਾਹੌਰ ਦੀ ਧਰਤੀ ਤੇ ਪ੍ਰਕਾਸ਼ ਹੋਇਆ। ਬਚਪਨ ਵਿੱਚ ਹੀ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ। ਸਤਿਗੁਰਾਂ ਦੀ ਪਰਵਰਿਸ਼ ਬਾਸਰ ਕੇ ਨਗਰ ਵਿਖੇ ਉਹਨਾਂ ਦੀ ਨਾਨੀ ਜੀ ਦੇ ਪਾਸ ਹੋਈ। ਛਾਬੇ 'ਚ ਘੁੰਗਣੀਆਂ ਪਾ ਕੇ ਨਾਨੀ ਦੇ ਦਿੰਦੀ ਹੈ। ਸ਼ਹਿਰ ਦੇ ਗਲੀਆਂ ਦੇ ਬਾਜ਼ਾਰਾਂ ਵਿੱਚ ਜਾ ਕੇ ਘੁੰਗਣੀਆਂ ਵੇਚਦੇ ਨੇ। ਵੇਖਣ ਵਾਲੇ ਕਈ ਤਰਸ ਦੀ ਦ੍ਰਿਸ਼ਟੀ ਨਾਲ ਵੇਖਦੇ ਨੇ ਵੀ ਬੱਚਾ ਹੈ, ਅਨਾਥ ਹੈ, ਮਾਂ ਬਾਪ ਨਹੀਂ ਹੈ ਸਿਰ ਤੇ। ਪਰ ਨਹੀਂ ਸਨ ਜਾਣਦੇ ਇਹ ਤਾਂ ਅਨਾਥਾਂ ਦੇ ਨਾਥ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ। ਆਪ ਪਾਰ ਬ੍ਰਹਮ ਪਰਮੇਸ਼ਵਰ ਸਵਰੂਪ ਹਨ। ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੰਗਤ ਵਿੱਚ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਸੰਬੰਧ ਵੀ ਜੋੜਿਆ, ਪਰ ਉਹ ਦੁਨਿਆਵੀ ਸੰਬੰਧ ਸੀ। 22 ਸਾਲ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ। ਗੋਇੰਦਵਾਲ ਸਾਹਿਬ ਰਹਿ ਕੇ ਸੇਵਾ ਕਰਦਿਆਂ ਕਰਦਿਆਂ ਸੇਵਕ ਮਾਲਕ ਦਾ, ਸਵਾਮੀ ਦਾ ਰੂਪ ਹੋ ਗਏ। ਸਵਾਮੀ ਸੇਵਕ ਹੋ ਗਿਆ ਤੇ ਸੇਵਕ ਸਵਾਮੀ ਹੋ ਗਿਆ। ਦੋਨਾਂ 'ਚ ਕੋਈ ਭੇਦ ਨਹੀਂ ਰਿਹਾ, ਇੱਕ ਮਿਕ ਹੋ ਗਏ। ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਦਾ ਸਿਮਰਨ ਕੀਤਿਆਂ 9 ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਸਤਿਗੁਰ ਸਿਮਰੰਥ ਨਯਨ ਕੇ ਤਿਮਰ ਮਿਟੈ ਖੇਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਵ ਨਿਧ ਪਾਵੈ। ਜਿਨ੍ਹਾਂ ਦਾ ਸਿਮਰਨ ਕੀਤਿਆਂ ਹਿਰਦੇ ਦੀ ਤਪਸ਼ ਮਿਟ ਜਾਂਦੀ ਹੈ, ਜਿਨ੍ਹਾਂ ਦਾ ਸਿਮਰਨ ਕੀਤਿਆਂ 9 ਨਿਧੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੇ ਸਤਿਗੁਰੂ ਦੀਨ ਦਿਆਲ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਇਆਨਿਧ ਸੁਆਮੀ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸਾਡੇ ਸਾਰਿਆਂ ਤੇ ਆਪਣਾ ਤਰਸ ਕਰਨ, ਕਿਰਪਾ ਕਰਨ, ਆਪਣੇ ਪਾਵਨ ਪੁਰਬ ਮਨਾਉਣ ਦਾ ਇਸੇ ਤਰ੍ਹਾਂ ਬਾਲ ਉਤਸ਼ਾਹ ਪ੍ਰੇਰਨਾ ਪ੍ਰਦਾਨ ਕਰਦੇ ਰਹਿਣ। ਆਪਣੇ ਪਾਵਨ ਅੰਮ੍ਰਿਤ ਬਚਨਾਂ ਤੇ ਚੱਲਣ ਦੀ ਸਾਨੂੰ ਸਤਿਗੁਰੂ ਜੀ ਸੋਝੀ ਪ੍ਰਦਾਨ ਕਰਨ।
ਅੰਮ੍ਰਿਤ ਬਚਨ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਉਚਾਰਦੇ, ਇਤਨੇ ਪ੍ਰੇਮ ਭਿੰਨੇ ਬਚਨ ਨੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ। ਜਦੋਂ ਸਾਹਿਬ ਕਹਿੰਦੇ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਇਹੋ ਜਿਹੇ ਪਾਵਨ ਅੰਮ੍ਰਿਤ ਬਚਨ ਬੜੇ ਪਿਆਰ ਵਿੱਚ ਭਿੱਜ ਕੇ ਮਹਾਰਾਜ ਜੀ ਉਚਾਰਦੇ ਹਨ। ਗੁਰੂ ਸਾਹਿਬ ਕਿਰਪਾ ਕਰਨ, ਇਹ ਅੰਮ੍ਰਿਤ ਬਚਨ ਸਾਡੇ ਸਾਰਿਆਂ ਦੇ ਤਪਦੇ ਬਲਦੇ ਸੜਦੇ ਹਿਰਦਿਆਂ 'ਚ ਵਸ ਜਾਣ, ਹਿਰਦੇ ਠੰਡੇ ਠਾਰ ਸ਼ੀਤਲ ਹੋ ਜਾਣ। ਲੜੀਵਾਰ ਇਤਿਹਾਸ ਗੁਰੂ ਕਲਗੀਧਰ ਜੀ ਦੀ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਜਪਜੀ ਸਾਹਿਬ ਦਾ ਮਹਾਤਮ ਦੱਸਿਆ ਜਾ ਰਿਹਾ ਹੈ, ਹਰ ਇੱਕ ਪੌੜੀ ਦਾ ਮਹਾਤਮ ਦੱਸਿਆ ਜਾ ਰਿਹਾ ਹੈ। ਪਿੱਛੇ ਆਪ ਜੀ ਨੇ 25 ਪੌੜੀਆਂ ਤੱਕ ਜੋ ਮਹਾਤਮ ਹੈ ਉਹ ਆਪ ਜੀ ਪਿੱਛੇ ਸਰਵਣ ਕਰ ਚੁੱਕੇ ਹੋ। ਆਓ ਸਤਿਗੁਰੂ ਕਲਗੀਧਰ ਸੁਆਮੀ ਜੀ ਦੇ ਪਵਿੱਤਰ ਅੰਮ੍ਰਿਤਮਈ ਚਰਨਾਂ ਦਾ ਧਿਆਨ ਆਪਣੇ ਹਿਰਦੇ 'ਚ ਵਸਾਉਂਦਿਆਂ, ਗੁਰਦੇਵ ਦੇ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। 26 ਛਲ ਮੈਂ ਬਲ ਤਰੇ, ਸਪਤ ਵਿੰਸ਼ ਕਾ ਜਾਪ। 26 ਛਲ ਮੈਂ। ਜਦੋਂ ਕੋਈ ਛਲ ਤੇ ਕਪਟ ਦਾ ਡਰ ਹੋਵੇ ਕਿ ਸਾਨੂੰ ਕੋਈ ਛਲੇਗਾ, ਸਾਨੂੰ ਕੋਈ ਕਪਟ ਕਰਕੇ ਛਲੇਗਾ, ਉਸ ਵੇਲੇ ਜਪਜੀ ਸਾਹਿਬ ਦੀ 26ਵੀਂ ਪੌੜੀ ਦਾ ਜਾਪ ਕਰੇ ਤੇ ਦੁਸ਼ਮਣ ਛਲ ਨਹੀਂ ਸਕੇਗਾ। ਬੜੇ ਬੜੇ ਛਲੀਏ ਤੇ ਕਪਟੀ ਲੋਕ ਨੇ ਸੰਸਾਰ ਵਿੱਚ, ਜਿਨ੍ਹਾਂ ਦੀ ਨੀਅਤ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨੂੰ ਕਿਵੇਂ ਛਲਿਆ ਜਾਵੇ, ਕਿਵੇਂ ਕਿਸੇ ਪ੍ਰਕਾਰ ਦਾ ਕਪਟ ਰੱਖ ਕੇ ਛਲਿਆ ਜਾਵੇ। ਤੇ ਜਿਹੜੇ ਸਾਹਿਬ ਦੀ ਅੰਮ੍ਰਿਤ ਬਾਣੀ ਪੜ੍ਹਦੇ ਨੇ ਉਹ ਛਲੇ ਨਹੀਂ ਜਾਂਦੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਵਾਹੇ। ਉਹ ਫਿਰ ਠੱਗੇ ਨਹੀਂ ਜਾਂਦੇ। 26ਵੀਂ ਪੌੜੀ ਪੜ੍ਹੀਏ ਤਾਂ ਭਾਈ ਛਲ ਦੇ ਵਿੱਚ ਸਹਾਇਤਾ ਹੁੰਦੀ, ਫਿਰ ਕੋਈ ਛਲ ਨਹੀਂ ਸਕਦਾ। ਇਸੇ ਤਰ੍ਹਾਂ ਬਲ ਧਰੇ ਸਪਤ ਵਿੰਸ ਕਾ ਜਾਪ। ਸਪਤ ਤੇ ਵਿੰਸ ਕਾ 20 ਤੇ 7 ਯਾਨੀ ਕਿ 27ਵੀਂ ਪੌੜੀ। ਜਪਜੀ ਸਾਹਿਬ ਦੀ 27ਵੀਂ ਪੌੜੀ ਦਾ ਜਾਪ ਕਰੀਏ ਤੇ ਨਿਰਬਲ ਨੂੰ ਬਲ ਦੀ ਪ੍ਰਾਪਤੀ ਹੁੰਦੀ ਹੈ। ਬਹੁਤ ਸਾਰੇ ਸੰਸਾਰ ਦੇ ਕਾਰਿਆ ਨੇ ਜਿੱਥੇ ਬਲ ਦੀ ਜ਼ਰੂਰਤ ਪੈਂਦੀ ਹੈ। ਹੁਣ ਸਾਨੂੰ ਨਿਰਬਲਿਆਂ ਨੂੰ ਤਾਂ ਸਤਿਗੁਰਾਂ ਦਾ ਹੀ ਬਲ ਹੈ ਨਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਬਿਨਾਂ ਸਾਨੂੰ ਹੋਰ ਕਿਹਦਾ ਬਲ ਹੈ, ਕਿਹਦਾ ਆਸਰਾ ਭਲਾ। ਅਸੀਂ ਤਾਂ ਗੁਰਬਾਣੀ ਦਾ ਹੀ ਬਲ ਲੈਣਾ। ਇਹ ਗੁਰਬਾਣੀ ਸਾਡੇ ਨਿਰਬਲ ਹੋਏ ਮਨਾਂ ਨੂੰ ਬਲ ਦੇਣ ਵਾਲੀ ਹੈ। ਇਸ ਕਰਕੇ ਭਾਈ ਜਦੋਂ ਬਲ ਦੀ ਲੋੜ ਪਵੇ ਵੀ ਬਲ ਚਾਹੀਦਾ ਹੈ ਤਾਂ ਉਸ ਵੇਲੇ ਸਪਤ ਵਿੰਸ ਕਾ 27ਵੀਂ ਪੌੜੀ ਜਪਜੀ ਸਾਹਿਬ ਦੀ ਦਾ ਜਾਪ ਕਰੇ। 28 ਭੈ ਦੂਰ ਕੋ ਹੋਏ ਬਜਰ ਸਮ ਪਾਪ। ਕੋਈ ਵਜਰ ਪਾਪ ਹੋ ਜਾਵੇ ਔਰ ਡਰ ਬਣ ਜਾਏ ਵੀ ਮੇਰੇ ਕੋਲੋਂ ਪਾਪ ਹੋ ਗਿਆ, ਮਨ 'ਚ ਪਛਤਾਵਾ ਹੋਵੇ। ਕੋਈ ਵਜਰ ਪਾਪ ਹੋ ਜਾਏ, ਅਚਨਚੇਤ ਅਕਸ਼ਮਾਤਰ ਹੋ ਜਾਏ, ਉਸ ਪਾਪ ਦੀ ਨਿਰਵਿਰਤੀ ਲਈ ਜਪਜੀ ਸਾਹਿਬ ਦੀ 28ਵੀਂ ਪੌੜੀ ਦਾ ਜਾਪ ਕਰੀਏ ਤੇ ਉਹ ਵਜਰ ਪਾਪ ਦੂਰ ਹੋ ਜਾਂਦਾ। ਐਸਾ ਨਹੀਂ ਵੀ ਨਾਲ ਵਜਰ ਪਾਪ ਕਰੀ ਜਾਓ ਤੇ 28ਵੀਂ ਪੌੜੀ ਦਾ ਜਾਪ ਵੀ ਕਰੀ ਜਾਓ ਵੀ ਬਖਸ਼ੇ ਜਾਣ ਨਾਲ ਨਾਲ। ਇੱਕ ਵਾਰ ਹੋ ਗਿਆ ਹੈ ਸੁਭਾਵਕ, ਉਹਦਾ ਮਨ 'ਚ ਪਛਤਾਤਾਪ ਹੈ ਕਿ ਸਾਹਿਬ ਅੱਗੋਂ ਤੋਂ ਨਾ ਹੋਵੇ, ਤਾਂ 28ਵੀਂ ਪੌੜੀ ਦਾ ਜਾਪ ਕੀਤਿਆਂ ਉਸ ਵਜਰ ਪਾਪ ਦਾ ਨਾਸ਼ ਹੁੰਦਾ ਹੈ। ਵਿਖ ਪੀਵੈ ਬਿਖਿਆ ਕਟੇ 29 ਕਾ ਝਾੜ। ਅਚਾਨਕ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਜਾਂ ਕਿਸੇ ਨੇ ਖਵਾ ਦਿੱਤੀ ਹੈ ਜਾਂ ਫਿਰ ਕਿਸੇ ਜ਼ਹਿਰੀਲੇ ਕੀੜੇ ਨੇ ਜਾਂ ਸੱਪ ਨੇ ਡਸ ਲਿਆ, ਡੰਗ ਲਿਆ, ਉਸ ਵੇਲੇ
ਜਪਜੀ ਸਾਹਿਬ ਦੀ 29ਵੀਂ ਪੌੜੀ ਦਾ ਜਾਪ ਕਰੇ ਤਾਂ ਉਹ ਜ਼ਹਿਰ ਲੈ ਜਾਂਦਾ, ਜ਼ਹਿਰ ਦੀ ਨਿਰਵਿਰਤੀ ਹੋ ਜਾਂਦੀ। ਵਿਸ਼ੈਲੀ ਚੀਜ਼ ਆ ਸਰਪ ਆਦਿਕ ਜਦੋਂ ਕੱਟ ਲੈਂਦੇ ਹਨ ਤਾਂ ਉਸ ਵੇਲੇ ਉਹਦੇ ਮੰਤਰ ਆਦਿਕ ਦਾ ਝਾੜਾ ਕੀਤਾ ਜਾਂਦਾ ਹੈ ਤਾਂ ਜੋ ਜ਼ਹਿਰ ਉਤਰ ਜਾਵੇ। ਪਰ ਪਾਤਸ਼ਾਹ ਕਹਿੰਦੇ ਭਾਈ ਤੁਸੀਂ 29ਵੀਂ ਪੌੜੀ ਪੜ੍ਹੋਗੇ ਜਪਜੀ ਸਾਹਿਬ ਦੀ, ਸਾਰਾ ਕੁਝ ਹੀ ਗੁਰਬਾਣੀ ਵਿੱਚ ਹੈ। ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੇ। ਭਾਈ ਗੁਰਦਾਸ ਜੀ ਦਾ ਕਥਨ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੈ ਪ੍ਰਸਾਦ ਪਾਵੇ। ਅਖੀਰ ਚ ਆ ਕੇ ਕਹਿੰਦੇ ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਭ ਜਾਵੇ। ਸਭ ਕੁਝ ਸਤਿਗੁਰਾਂ ਦੀ ਬਾਣੀ ਵਿੱਚ ਹੀ ਹੈ, ਖੋਜਣ ਤੇ ਪ੍ਰਾਪਤ ਹੋਵੇਗਾ। ਤੋ 29ਵੀਂ ਪੌੜੀ ਦਾ ਜਾਪ ਕੀਤਿਆਂ ਜੋ ਜ਼ਹਿਰ ਚੜ ਜਾਏ ਸਰੀਰ ਨੂੰ ਤਾਂ ਉਸ ਜ਼ਹਿਰ ਦੀ ਨਿਰਵਿਰਤੀ ਹੋ ਜਾਂਦੀ ਹੈ। दूध ਵਧਾਵੇ ਵਜਨ ਮੈਂ 30 ਪੌੜੀਆਂ ਗਾੜ। ਪਸ਼ੂ ਰੱਖੇ ਨੇ ਘਰ 'ਚ ਦੁੱਧ ਵਾਲੇ ਤੇ ਸੁਭਾਵਕ ਹੈ, ਇੱਛਾ ਹੁੰਦੀ ਹੈ ਮਾਲਕ ਦੀ ਵੀ ਜਾਨਵਰਾਂ ਦਾ ਦੁੱਧ ਵਧੇ, ਪਸ਼ੂਆਂ ਦਾ, ਔਰ ਉਹ ਸੰਘਣਾ ਹੋਵੇ, ਗਾੜਾ ਹੋਵੇ। ਉਹਦੇ ਵਾਸਤੇ ਫਿਰ ਉਹ ਕਈ ਬਾਬਿਆਂ ਦੇ ਕੋਲ ਪੇੜੇ ਕਰਾਉਣ ਟੁਰ ਪੈਂਦੇ ਆ ਵੀ ਪੇੜਾ ਕਰਾ ਕੇ ਕਾਂ ਨੂੰ ਜਾਂ ਮੱਝ ਨੂੰ, ਦੁੱਧ ਦੇਣ ਵਾਲੇ ਜਾਨਵਰ ਨੂੰ ਦੇ ਦਈਏ। ਤੇ ਉਹ ਬਾਬੇ ਵੀ ਪੇੜੇ ਕਰਕੇ ਦੇਈ ਜਾਂਦੇ ਤੇ ਇਹਨਾਂ ਦੇ ਮਨ 'ਚ ਭਰਮ ਹੈ ਵੀ ਉਹਨਾਂ ਪੇੜਿਆਂ ਨਾਲ ਦੁੱਧ ਵੱਧ ਜਾਂਦਾ। ਗੁਰੂ ਪਾਤਸ਼ਾਹ ਸਾਡਾ ਸਮਸਤ ਰੂਪ ਦੇ ਵਿੱਚ ਇਹਨਾਂ ਬਾਬਿਆਂ ਸਿਆਣਿਆਂ ਤੋਂ ਛੁਟਕਾਰਾ ਕਰਾ ਰਹੇ। ਕਹਿੰਦੇ 30ਵੀਂ ਪੌੜੀ ਪੜ੍ਹੀਏ ਨਾ ਜਪਜੀ ਸਾਹਿਬ ਦੀ ਪਸ਼ੂ ਦੇ ਕੋਲ ਖਲੋ ਕੇ, ਤੋ ਪਸ਼ੂ ਦੇ ਦੁੱਧ 'ਚ ਵਾਧਾ ਹੁੰਦਾ ਤੇ ਦੁੱਧ ਗਾੜਾ ਵੀ ਹੁੰਦਾ ਹੈ। ਏਕੀ ਛੇਕੋ ਦੋਕੀ ਭਾਗੇ ਤਰੈ, ਤੇਤੇ ਇਕ ਤਾਪ। ਏਕੀ ਛੇਕੋ ਦਾ ਮਤਲਬ ਹੁੰਦਾ ਵੀ 31ਵੀਂ ਪੌੜੀ। ਇਹ ਕਦੋਂ ਪੜ੍ਹੇ, ਇਹਦਾ ਜਾਪ ਕਿਸ ਵੇਲੇ ਵਿਹਿਤ ਹੈ ਜਪਣਾ? ਜਿਸ ਵੇਲੇ ਸਰੀਰ ਨੂੰ ਬੁਖਾਰ ਚੜੇ ਤੇ ਲੱਥ ਜਾਏ। ਬੁਖਾਰ ਚੜਿਆ, ਉਤਰ ਗਿਆ, ਘੰਟੇ 2 ਘੰਟੇ ਬਾਅਦ ਫਿਰ ਚੜ ਗਿਆ, ਫਿਰ ਚੜਿਆ, ਫਿਰ ਉਤਰ ਗਿਆ, ਉਤਰਦਾ ਚੜਦਾ ਰਹੇ ਬੁਖਾਰ। ਉਦੋਂ 31ਵੀਂ ਪੌੜੀ ਦਾ ਜਾਪ ਜਪੀਏ 40 ਵਾਰ ਤਾਂ ਬੁਖਾਰ ਲੱਥ ਜਾਂਦਾ ਹੈ। ਦੋਕੀ ਭਾਗੇ ਤਰੈ, ਦੋਕੀ ਦਾ ਮਤਲਬ ਹੁੰਦਾ 32ਵੀਂ ਪੌੜੀ। ਤਈਆ ਤਾਪ ਕਹਿੰਦੇ ਨੇ ਜਿਹਨੂੰ ਤੀਜੇ ਪਹਿਰ ਦਿਨ ਦੇ ਚੜ੍ਹਨਾ। ਤੀਸਰੇ ਪਹਿਰ ਆ ਸ਼ਾਮ ਦੇ ਜਿਹਦੇ ਟਾਈਮ ਨੂੰ ਬੁਖਾਰ ਚੜ ਜਾਣਾ, ਅਗਲੇ ਦਿਨ ਫਿਰ ਤੀਜੇ, ਇਹਨੂੰ ਤਈਆ ਤਾਪ ਕਹਿੰਦੇ। ਜਾਂ 3-3 ਘੰਟਿਆਂ ਬਾਅਦ ਬੁਖਾਰ ਚੜੀ ਜਾਵੇ ਉਹਨੂੰ ਵੀ, ਜਾਂ ਤੀਜੇ ਦਿਨ, ਇੱਕ ਦਿਨ ਛੱਡ ਦਿਓ, 2 ਦਿਨ ਛੱਡ ਕੇ ਤੀਜੇ ਦਿਨ ਬੁਖਾਰ ਚੜ ਜਾਣਾ, ਉਹਨੂੰ ਤਈਆ ਤਾਪ ਕਹਿੰਦੇ। ਉਸ ਵੇਲੇ 32ਵੀਂ ਪੌੜੀ 40 ਵਾਰ ਪੜ੍ਹੀਏ ਤਾਂ ਤਈਆ ਤਾਪ ਸ਼ਾਂਤ ਹੋ ਜਾਂਦਾ। ਤੇਤੇ ਇੱਕ ਤਾਪ, ਤੇ 33ਵੀਂ ਪੌੜੀ ਜਦੋਂ ਇੱਕ ਰਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੜਿਆ ਹੀ ਹੋਇਆ, ਬੁਖਾਰ ਉਤਰਦਾ ਹੀ ਨਹੀਂ ਹੈ, ਉਸ ਵੇਲੇ 33ਵੀਂ ਪੌੜੀ ਦਾ ਜਾਪ ਜਪੇ। ਨਿਤ ਜਵਰੀ 34 ਪੜੈ 40 ਪਾਪ। ਫਿਰ ਜੇ ਰੋਜ਼ ਹੀ ਚੜ ਜੇ ਬੁਖਾਰ, ਰੋਜ਼ ਹੀ ਚੜੀ ਜਾਵੇ ਬੁਖਾਰ, ਕਈ ਕਿਸਮ ਦਾ, 4 ਕਿਸਮ ਦਾ ਇੱਥੇ ਦੱਸ ਦਿੱਤਾ। ਇੱਕ ਵਾਰੀ ਚੜਦਾ ਉਤਰਦਾ ਰਹੇ, ਜਾਂ ਤੀਜੇ ਪਹਿਰ ਚੜੇ ਤਈਆ ਤਾਪ, ਜਾਂ ਸਾਰਾ ਦਿਨ ਲਗਾਤਾਰ। ਇੱਕ ਰੋਜ਼ ਹੀ ਸਵੇਰੇ ਚੜੇ ਸ਼ਾਮ ਨੂੰ ਉਤਰ ਜਾਏ, ਰੋਜ਼ ਹੀ ਚੜੀ ਜਾਵੇ। ਤੇ ਉਸ ਵੇਲੇ ਜਿਹੜਾ ਰੋਜ਼ ਚੜਦਾ ਬੁਖਾਰ, ਉਹਦੀ ਨਿਰਵਿਰਤੀ ਲਈ 34ਵੀਂ ਪੌੜੀ ਜਪਜੀ ਸਾਹਿਬ ਦੀ ਜਪੇ 40 ਮਾਪ, 40 ਵਾਰ। ਇਹ ਜਿਹੜੀਆਂ 31ਵੀਂ 32ਵੀਂ 33ਵੀਂ ਤੇ 34ਵੀਂ ਪੌੜੀ ਹੈ, 40 ਵਾਰ ਇਹਨਾਂ ਦਾ ਜਾਪ ਕੀਤਿਆਂ ਬੁਖਾਰ ਉਤਰ ਜਾਂਦਾ ਹੈ। ਅਕਸਰ ਤਈਏ ਦੀ ਕਥਾ ਵੀ ਹੁੰਦੀ ਸੀ। ਤਈਏ ਦੀ ਜਿਹੜੀ ਕਥਾ ਹੈ ਨਾ, ਗੁਰੂ ਅਮਰਦਾਸ ਸਾਹਿਬ ਦੇ ਸਮੇਂ ਸਾਡੇ ਆਮ ਨਗਰਾਂ ਪਿੰਡਾਂ ਦੇ ਵਿੱਚ ਕਈ ਵਾਰ ਗ੍ਰੰਥੀ ਸਿੰਘ ਜੀ ਸੁਣਾਇਆ ਕਰਦੇ, ਪਿੰਡ ਦੇ ਭਾਈ ਜੀ। ਤੋ ਬਹੁਤ ਸਾਰੇ ਪੁਰਾਤਨ ਸੁੰਦਰ ਗੁਟਕਿਆਂ ਦੇ ਵਿੱਚ ਉਹ ਕਥਾ ਲਿਖੀ ਹੋਈ ਮਿਲਦੀ ਵੀ ਹੈ। ਤਈਆ ਸ਼ਾਂਤ ਹੋ ਜਾਂਦਾ ਹੈ। ਤੋ ਇਸ ਪ੍ਰਕਾਰ ਨਾਲ ਇਹ 34 ਪੌੜੀ ਤੱਕ ਜਾਪ ਦੱਸਿਆ। ਕਰਮ ਮਾਜ 10 ਕੋ ਪੜੈ। ਹਾਂ,
ਕਿਸੇ ਕਰਮ ਦੀ। ਹਾਂ, ਕਰਮ ਮਾਝ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਕੋਈ ਮਨ ਦੇ ਵਿੱਚ ਕਰਮ ਕਰਨਾ ਹੈ, ਯਾਨੀ ਕਿ ਕੋਈ ਕਾਮਨਾ ਕੀਤੀ ਹੈ, ਕਿਸੇ ਤਰ੍ਹਾਂ ਦੀ ਵੀ ਕਾਮਨਾ ਹੋਵੇ, ਉਸ ਵੇਲੇ ਜਪਜੀ ਸਾਹਿਬ ਦੇ 10 ਪਾਠ ਕਰੇ ਰੋਜ਼, ਤਾਂ ਜੋ ਉਹ ਕੰਮ, ਮੰਨ ਲਓ ਕੋਈ ਕੰਮ ਦਾ ਫੁਰਨਾ ਵੀ ਇਹ ਕੰਮ ਹੋ ਜਾਏ, ਮੇਰਾ ਕੰਮ ਪੂਰਾ ਕਰਨ ਲਈ 10 ਪਾਠ ਜਪਜੀ ਸਾਹਿਬ ਦੇ ਨਿਤ ਕਰੇ। ਅਰਥ ਮਾਹੇ 20 ਪਾਠ। ਅਰਥ ਯਾਨੀ ਕਿ ਧਨ ਸੰਪਦਾ ਦੀ ਇੱਛਾ, ਘਰ ਵਿੱਚ ਧਨ ਚਾਹੀਦਾ ਹੈ, ਤਾਂ 20 ਪਾਠ ਜਪਜੀ ਸਾਹਿਬ ਦੇ ਨਿਤ ਕਰੇ। 30 ਕਾਮਨਾ ਸੰਚਰਤ। ਔਰ ਤੀਜਾ, ਜੇ ਕੋਈ ਕਾਮਨਾ ਦੀ ਪੂਰਤੀ ਹੈ, ਕਿ ਕੋਈ ਕਾਮਨਾ ਹੈ ਮਨ ਚੋਂ, ਕਾਮਨਾ ਪੂਰੀ ਦੀ ਇੱਛਾ ਹੈ, ਤਾਂ ਫਿਰ 30 ਪਾਠ ਜਪਜੀ ਸਾਹਿਬ ਦੇ ਰੋਜ਼ ਕਰੇ। 40 ਮੁਕਤ ਸੋਰਾਠ। ਔਰ ਜੇ ਮੁਕਤੀ ਦੀ ਕਾਂਖਾ ਹੈ ਤੇ ਫਿਰ 40 ਪਾਠ ਕਰੇ ਰੋਜ਼ ਜਪਜੀ ਸਾਹਿਬ ਦੇ। ਜੇ ਕੋਈ ਕੰਮ ਪੂਰੇ ਕਰਨ ਦੀ ਕਾਂਖਾ ਹੈ ਤਾਂ 10, ਧਨ ਸੰਪਦਾ ਦੀ ਇੱਛਾ ਹੈ ਤਾਂ 20 ਪਾਠ, ਔਰ ਜੇ ਕੋਈ ਕਾਮਨਾ ਪੂਰੀ ਕਰਨ ਦੀ ਕਾਂਖਾ ਹੈ ਤਾਂ ਫਿਰ 30, ਜੇ ਮੁਕਤੀ ਚਾਹੀਦੀ ਹੈ ਤਾਂ 40। ਵੈਸੇ ਮੁਕਤੀ ਦੀ ਚਾਹਨਾ ਰੱਖਣ ਵਾਲੇ ਤਾਂ ਵਿਰਲੇ ਹੀ ਹੋਣਗੇ, ਬਹੁਤਿਆਂ ਦੇ ਅੰਦਰ ਤਾਂ ਕੇਵਲ ਪਦਾਰਥਾਂ ਦੀ ਕਾਂਖਾ ਹੁੰਦੀ ਹੈ। ਤੋਂ ਮੋਕਸ਼ ਦੀ ਇੱਛਾ ਹੈ ਕਿ ਮੈਂ ਜੀਵਨ ਮੁਕਤ ਹੋ ਜਾਵਾਂ, ਉਹ ਅਵਸਥਾ ਪ੍ਰਾਪਤ ਕਰਨ ਲਈ ਨਿਤ 40 ਪਾਠ ਸ੍ਰੀ ਜਪਜੀ ਸਾਹਿਬ ਦੇ ਕਰੇ। 35 ਪੰਗਤ 36 ਗੜ। ਹਾਂ, 35ਵੀਂ ਪੌੜੀ ਦਾ ਜਾਪ ਕਰਨਾ ਕਦੋਂ? ਜਦੋਂ ਮਨ 'ਚ ਇੱਛਾ ਹੋਵੇ ਕਿ ਮੇਰਾ ਜਿਹੜਾ ਭਾਈਚਾਰਾ ਹੈ, ਪੰਗਤ ਜਿਹਦੇ 'ਚ ਸਾਡਾ ਉੱਠਣਾ ਬੈਠਣਾ ਹੁੰਦਾ ਹੈ, ਵੀ ਮੇਰੇ ਭਾਈਚਾਰੇ ਵਿੱਚ ਜਿਨ੍ਹਾਂ ਵਿੱਚ ਮੈਂ ਸੰਬੰਧੀਆਂ 'ਚ ਬੈਠਦਾ, ਮੈਨੂੰ ਉਹਨਾਂ 'ਚ ਇੱਜ਼ਤ ਮਿਲੇ, ਮਾਣ ਸਤਿਕਾਰ ਮਿਲੇ, ਉਦੋਂ 35ਵੀਂ ਪੌੜੀ ਦਾ ਜਾਪ ਕਰੇ। 36 ਗੜ। ਗੜ ਦਾ ਮਤਲਬ ਹੁੰਦਾ ਵੀ ਕਿਸੇ ਕਿਲੇ ਨੂੰ ਜਿੱਤਣ ਲਈ ਜਾਣਾ, ਕਿਲਾ ਫਤਿਹ ਕਰਨਾ ਜੰਗ ਦੇ ਮੈਦਾਨ 'ਚ, ਤੇ ਕਿਲੇ ਨੂੰ ਜਿੱਤਣ ਵੇਲੇ 36ਵੀਂ ਪੌੜੀ ਦਾ ਜਾਪ ਕਰੇ। ਸੂਰ ਕਾਜ 37। ਸੂਰਬਤਾਈ ਦਾ ਕਾਰਜ ਕਰਨਾ, ਜੰਗ ਦੇ ਮੈਦਾਨ 'ਚ ਸੂਰਮਿਆਂ ਬਣ ਕੇ ਲੜਨਾ, ਤਾਂ ਉਸ ਵੇਲੇ ਫਿਰ 37ਵੀਂ ਪੌੜੀ ਜਪਜੀ ਸਾਹਿਬ ਦੀ ਜਪੇ। 38 ਮਿਲਨੇ ਸਾਧ ਕੇ ਕੈ ਨਿਰਪ ਪੌਰ ਅਸੀਸ। 38ਵੀਂ ਪੌੜੀ ਦਾ ਜਾਪ ਉਦੋਂ ਜਪੇ ਜਦੋਂ ਇੱਛਾ ਹੋਵੇ ਵੀ ਕਿਸੇ ਮਹਾਂਪੁਰਸ਼ ਸਾਧੂ ਦਾ ਮੇਲ ਹੋ ਜਾਏ, ਕਿਸੇ ਸਾਧੂ ਨੂੰ ਮਿਲਣਾ, ਜਾਂ ਕਿਸੇ ਰਾਜੇ ਦੇ ਰਾਜ ਦਰਬਾਰ ਦੇ ਵਿੱਚ ਰਾਜੇ ਨੂੰ ਮਿਲਣਾ ਹੈ, ਉਸ ਵੇਲੇ 38ਵੀਂ ਪੌੜੀ ਦਾ ਜਾਪ ਜਪੀਏ। 39 ਤਨ ਦੇਵ ਕੋ 40 ਚਤੁਰਭੁਜ ਰੂਪ। 39ਵੀਂ ਪੌੜੀ ਉਦੋਂ ਜਪੇ ਜਦੋਂ ਇਹ ਚਾਹੇ ਕਿ ਮੈਂ ਦੇਵ ਰੂਪ ਹੋਵਾਂ, ਕਿਉਂਕਿ ਸਾਹਿਬ ਦੀ ਬਾਣੀ ਜਿਹੜੀ ਹੈ ਨਾ, ਜਿਨ ਮਾਨਸ ਤੇ ਦੇਵਤੇ ਕੀਏ, ਮਹਾਰਾਜ ਜੀ ਮਾਨਸ ਤੋਂ ਦੇਵਤੇ ਬਣਾਉਂਦੇ ਆ। ਜੇ ਕਿਸੇ ਦੇ ਅੰਦਰ ਕਾਂਖਾ ਹੋਵੇ ਵੀ ਮੈਂ ਦੇਵ ਰੂਪ ਹੋਵਾਂ, ਤਾਂ ਫਿਰ 39ਵੀਂ ਪੌੜੀ ਜਪੇ। ਵਿਆਪਕ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਹੋਣਾ, ਤੇ ਫਿਰ 40ਵੀਂ ਪੌੜੀ। ਮੈਂ ਕੱਲ ਬੇਨਤੀ ਕੀਤੀ ਸੀ, ਉਦਾਂ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਪਰ ਪ੍ਰਾਰੰਭ ਤੇ ਸਮਾਪਤੀ ਤੱਕ ਮੂਲ ਮੰਤਰ ਤੇ ਸ਼ਲੋਕ ਨੂੰ ਨਾਲ ਪਾ ਕੇ ਸੋ ਸਾਖੀ ਦੇ ਕਰਤਾ ਨੇ 40 ਪੌੜੀਆਂ ਦੀ ਗਿਣਤੀ ਕੀਤੀ ਹੈ ਉਸ ਹਿਸਾਬ ਨਾਲ। ਤੋ ਇਸ ਪ੍ਰਕਾਰ ਨਾਲ ਕਹਿੰਦੇ 40ਵੀਂ ਪੌੜੀ ਉਦੋਂ ਜਪੇ ਜਦੋਂ ਇਹਦੇ ਅੰਦਰ ਕਾਂਖਾ ਹੋਵੇ ਕਿ ਮੈਂ ਨਿਰੰਕਾਰ ਪਰਮੇਸ਼ਰ ਦਾ ਸਵਰੂਪ ਹੋ ਜਾਵਾਂ, ਉਹਦੇ ਵਿੱਚ ਇਕਮਿਕ ਹੋ ਜਾਵਾਂ। 4 ਭਾਂਤ ਜਪ ਲਿਖ ਹੁਤੇ ਭੋਜਨ ਅਖੈ ਸਰੂਪ। 4 ਪ੍ਰਕਾਰ ਨਾਲ ਜਪਜੀ ਸਾਹਿਬ ਦੀ ਸੇਵਾ ਕਰੇ। 4 ਪ੍ਰਕਾਰ ਕਿਹੜੇ ਨੇ? ਇੱਕ ਤਾਂ ਜਪਜੀ ਸਾਹਿਬ ਪੜ੍ਹੇ, ਪੜ੍ਹਨ ਦੀ ਸੇਵਾ। ਦੂਜਾ ਲਿਖੇ ਜਪਜੀ ਸਾਹਿਬ ਨੂੰ, ਬਾਣੀ ਨੂੰ ਲਿਖੇ। ਤੀਜਾ ਲਿਖ ਕੇ ਪੋਥੀ ਅੱਗੇ ਦੇਵੇ। ਪੁਰਾਣੇ ਵੇਲਿਆਂ ਦੇ ਵਿੱਚ, ਅੱਜ ਕੱਲ ਤਾਂ ਚਲੋ ਪ੍ਰਿੰਟਿੰਗ ਪ੍ਰੈਸਾਂ ਆ ਗਈਆਂ ਨੇ, ਉੱਥੇ ਮਹਾਰਾਜ ਜੀ ਦੀਆਂ ਪੋਥੀਆਂ ਛਪਦੀਆਂ, ਧੜਾ ਧੜ ਇੰਨੀਆਂ ਛਪ ਰਹੀਆਂ ਨੇ ਕਿ ਕਦਰ ਹੀ ਨਹੀਂ ਰਹੀ ਸਾਨੂੰ। ਪਹਿਲਾਂ ਹੱਥਾਂ ਨਾਲ ਲਿਖਦੇ ਸਨ,
ਜਦੋਂ ਹੱਥਾਂ ਨਾਲ ਲਿਖਦੇ ਤੇ ਬੜੀ ਦੁਰਲਭ ਹੁੰਦੀ ਸੀ ਪੋਥੀ ਗੁਰਬਾਣੀ ਦੀ, ਤੇ ਬੜੀ ਸਾਂਭ ਕੇ ਰੱਖੀ ਜਾਂਦੀ ਸੀ। ਹੁਣ ਤਾਂ ਬੇਕਦਰੀ ਹੋ ਰਹੀ ਹੈ। ਤੋ ਲਿਖ ਕੇ ਪੋਥੀ ਦੇਵੇ। ਚੌਥਾ ਸੁਣੇ। 4 ਪ੍ਰਕਾਰ ਹੋ ਗਏ। 4 ਪ੍ਰਕਾਰ ਨਾਲ ਜਿਹੜੇ ਇਸ ਤਰ੍ਹਾਂ ਜਪਜੀ ਸਾਹਿਬ ਨੂੰ ਸੇਵਦੇ ਨੇ ਉਹ ਅਖੈ ਸਵਰੂਪ ਹੋ ਜਾਂਦੇ ਨੇ। ਅਖੈ ਦਾ ਮਤਲਬ ਹੁੰਦਾ ਹੈ ਅਕਾਲ ਪੁਰਖ ਦਾ ਸਵਰੂਪ। ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਜਾਂਦੇ ਹਨ। ਜਪ ਮਹਿਮਾ ਪੌੜੀ ਪੜੈ ਕਰ ਹੈ ਗੁਰ ਸਨ ਪ੍ਰੀਤ। ਆ ਜਿਹੜੀਆਂ ਉੱਪਰ ਜਪਜੀ ਸਾਹਿਬ ਦੀ ਮਹਿਮਾ ਦੀਆਂ ਪੌੜੀਆਂ ਕਈਆਂ ਨੇ ਉੱਪਰ ਦੱਸਿਆ ਨੇ ਨਾ, 2-3 ਦਿਨਾਂ ਤੋਂ ਆਪਾਂ ਇਹ ਕਥਾ ਸੁਣ ਰਹੇ ਹਾਂ। ਕਹਿੰਦੇ ਜਿਹੜੇ ਇਹਨੂੰ ਪੜ੍ਹਦੇ ਨੇ ਉਹਨਾਂ ਦੀ ਗੁਰੂ ਦੇ ਨਾਲ ਪ੍ਰੀਤ ਪੈ ਜਾਂਦੀ ਹੈ। ਕਰ ਹੈ ਗੁਰ ਸਨ ਪ੍ਰੀਤ। ਉਹ ਗੁਰੂ ਸਾਹਿਬ ਨਾਲ ਪ੍ਰੀਤ ਕਰਨ ਲੱਗ ਪੈਂਦੇ ਆ, ਉਹਨਾਂ ਦਾ ਗੁਰੂ ਨਾਲ ਪ੍ਰੇਮ ਪੈ ਜਾਂਦਾ ਹੈ। ਜਿਹੜੇ ਇਸ ਪਾਵਨ ਬਾਣੀ ਦੀਆਂ ਪੌੜੀਆਂ ਦੀ ਮਹਿਮਾ ਨੂੰ ਸੁਣਦੇ ਨੇ ਜਾਂ ਪੜ੍ਹਦੇ ਹਨ। ਨਿਹਚਾ ਜਾਂ ਕਾ ਗੁਰਨ ਮੈਂ ਹੋਏ ਸਫਲ ਤਹਿ ਰੀਤ। ਗੱਲ ਤਾਂ ਨਿਹਚੇ ਦੀ ਹੈ ਵੀ ਨਿਹਚਾ ਕਿਹਦੇ ਅੰਦਰ ਹੈ। ਜੇ ਨਿਸ਼ਚਾ ਨਹੀਂ ਹੈ ਤੇ ਫਿਰ ਗੱਲ ਨਹੀਂ ਬਣਨੀ। ਜਿਨ੍ਹਾਂ ਦਾ ਗੁਰੂ ਤੇ ਨਿਹਚਾ ਹੈ, ਪੂਰਨ ਨਿਹਚਾ, ਮਹਾਰਾਜ ਜੀ ਕਹਿੰਦੇ ਉਹਦੀਆਂ ਸਾਰੀਆਂ ਮਿਰਦਾਵਾਂ ਸਫਲ ਹੋ ਜਾਂਦੀਆਂ ਹਨ। ਉਹਦਾ ਜੀਵਨ ਸਫਲ ਹੋ ਜਾਂਦਾ, ਉਹਦਾ ਜੀਵਨ ਧਨ ਤੇ ਕਿਰਤਾਰਥ ਹੋ ਜਾਂਦਾ। ਕਿਹਦਾ? ਜਿਹੜਾ ਗੁਰੂ ਤੇ ਅਟੁੱਟ ਨਿਸ਼ਚਾ ਤੇ ਭਰੋਸਾ ਰੱਖਦਾ, ਜਿਹਦਾ ਗੁਰੂ ਤੇ ਨਿਸ਼ਚਾ ਹੈ। ਔਰ ਪਰਪੱਕ ਨਿਸ਼ਚਾ, ਐਸਾ ਨਹੀਂ ਵੀ ਢਿੱਲਾ ਮੱਠਾ ਨਹੀਂ, ਪਰਪੱਕ ਨਿਸ਼ਚਾ। ਜਿਹਦਾ ਗੁਰੂ ਦੇ ਉੱਤੇ ਪਰਪੱਕ ਨਿਸ਼ਚਾ ਹੈ, ਮਹਾਰਾਜ ਜੀ ਕਹਿੰਦੇ ਭਾਈ ਉਹਦੀ ਰੀਤ, ਉਹਦੀ ਮਰਿਆਦਾ ਸਫਲੀ ਹੈ। ਇਹ ਜਪ ਗੁਰ ਅਰਜਨ ਸਬਿਦ ਗੁਰ ਨਾਨਕ ਮੁਖ ਮੰਤ। ਇਹ ਗੁਰੂ ਨਾਨਕ ਸਾਹਿਬ ਦੇ ਮੁਖੋਂ ਉਚਰਿਆ ਮੰਤਰ ਹੈ। ਇਹ ਮਾਲਾ ਮੰਤਰ ਕਹਿੰਦੇ ਜਪਜੀ ਸਾਹਿਬ ਨੂੰ ਨਾ, ਮਹਾਂਪੁਰਸ਼ ਮਾਲਾ ਮੰਤਰ ਵੀ ਕਹਿੰਦੇ ਹਨ। ਇਹ ਮਾਲਾ ਮੰਤਰ ਹੈ। ਇਹ ਜਿਹੜਾ ਮਾਲਾ ਮੰਤਰ ਹੈ ਜਪਜੀ ਸਾਹਿਬ ਦਾ, ਇਹ ਗੁਰੂ ਨਾਨਕ ਸਾਹਿਬ ਦੇ ਮੁਖ ਚੋਂ ਉਚਾਰਿਆ ਗਿਆ। ਗੁਰੂ ਨਾਨਕ ਸਾਹਿਬ ਦੇ ਨੂੰ ਉਚਾਰਿਆ। ਔਰ ਇਹਦੀ ਮਹਿਮਾ ਗੁਰੂ ਅਰਜਨ ਦੇਵ ਸਾਹਿਬ ਨੇ ਕਹੀ ਆ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਨੂੰ ਦਰਜ ਕੀਤਾ ਹੈ। ਲਿਖਿਓ ਸੋ ਕਰ ਗੁਰ ਰਾਜ ਸਤਿਗੁਰ ਸਨ ਮੁਖ ਸੁਖ ਸੰਤ। ਇਹ ਜਿਹੜਾ ਗੁੱਜਾ ਰਾਜ ਸੀ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਸਾਰਾ ਮਹਾਤਮ, ਇਹ ਗੁੱਜਾ ਰਾਜ ਹੈ ਨਾ। ਅਸੀਂ ਪੜ੍ਹਦੇ ਹਾਂ ਰੋਜ਼, ਪਰ ਕਿਹੜੀ ਪੌੜੀ ਦਾ ਕੀ ਮਹਾਤਮ ਹੈ ਇਹ ਤਾਂ ਹੁਣ ਹੀ ਪਤਾ ਲੱਗਾ ਨਾ। ਇਹ ਗੁਰੂ ਸਾਹਿਬ ਜੀ ਨੇ ਇਹਨੂੰ ਪ੍ਰਗਟ ਕੀਤਾ ਸਨਮੁਖ ਸੁਖ ਸੰਤ। ਸੰਤ ਜਨਾਂ ਨੂੰ ਸੁਖ ਦੇਣ ਲਈ ਇਸ ਗੋਹਜ ਭੇਦ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ ਹੈ। ਸਭ ਸਾਧਨ ਪ੍ਰਗਟ ਕੀਏ ਨਹੀਂ ਦੁਸ਼ਟ ਕੋ ਦੇਹ। ਇਹ ਸਾਧੂਆਂ ਲਈ ਪ੍ਰਗਟ ਕੀਤੇ ਨੇ। ਆ ਜਿਹੜੇ ਉੱਪਰਲੇ ਜਿਹੜੇ ਭੇਦ ਨੇ ਪੌੜੀਆਂ ਦੇ, ਜੋ ਆਪ ਜੀ ਨੇ ਕੱਲ ਵੀ ਸੁਣੇ ਨੇ, ਅੱਜ ਵੀ ਸੁਣੇ ਨੇ, ਇਹ ਸਾਧਕਾਂ ਲਈ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਸਾਧਕਾਂ ਨੂੰ ਪ੍ਰਗਟ ਕਰਕੇ ਦੱਸੇ ਨੇ, ਦੁਸ਼ਟਾਂ ਨੂੰ ਨਹੀਂ ਦੱਸਣ ਦੀ ਲੋੜ। ਜਦੋਂ ਦੁਸ਼ਟਾਂ ਨੂੰ ਦੱਸਣਾ ਉਹਨਾਂ ਨੇ ਮੰਨਣਾ ਨਹੀਂ ਹੈ। ਨਹੀਂ ਦੁਸ਼ਟ ਕੋ ਦੇ, ਇਹ ਭੇਦ ਦੁਸ਼ਟਾਂ ਨੂੰ ਨਾ ਦੇਵੇ ਜਿਨ੍ਹਾਂ ਅੰਦਰ ਗੁਰੂ ਤੇ ਭਰੋਸਾ ਨਹੀਂ ਹੈ, ਜਿਨ੍ਹਾਂ ਅੰਦਰ ਗੁਰੂ ਤੇ ਨਿਸ਼ਚਾ ਨਹੀਂ, ਜਿਹੜੇ ਕਹਿੰਦੇ ਤਾਂ ਗੱਲਾਂ ਹੀ ਨੇ ਜੀ। ਸਾਧਕਾਂ ਨੂੰ ਦੱਸੇ, ਦੁਸ਼ਟਾਂ ਨੂੰ ਨਾ ਦੱਸੇ। ਦੁਸ਼ਟਾਂ ਨੇ ਤਾਂ ਕਿੰਤੂ ਪਰੰਤੂ ਹੀ ਕਰਨੇ ਆ। ਉਹਨਾਂ ਤਾਂ ਤਰਕਾਂ ਕੁਤਰਕਾਂ ਹੀ ਕਰਨੀਆਂ। ਪਰਮੇਸ਼ਰ ਨੇ ਉੱਥੇ ਹੀ ਉਹਨਾਂ ਦੀ ਡਿਊਟੀ ਲਾਈ ਹੋਈ, ਉੱਥੇ ਹੀ ਘੁੰਮੀ ਜਾਣਾ। ਇਸ ਕਰਕੇ ਦੁਸ਼ਟ ਨੂੰ ਇਹਦਾ ਭੇਦ ਨਾ ਦੇਵੇ। ਜਿਹੜਾ ਕੋਈ ਸਾਧਕ ਹੈ, ਜਪਣ ਵਾਲਾ, ਜਿਹਨੇ ਜਪਜੀ ਸਾਹਿਬ ਦਾ ਪਾਠ ਕਰਨਾ ਰੋਜ਼, ਉਹਨੂੰ ਇਹਦੀ ਮਹਿਮਾ ਦੱਸੀ ਜਾ ਸਕਦੀ ਹੈ। ਫਲ ਹੈ ਸਿੱਖ ਪ੍ਰਤੀਤ ਤੇ ਵਿਪਰ ਸਾਧ ਕੀ ਸੇਵ। ਮਹਾਰਾਜ ਜੀ ਕਹਿੰਦੇ ਸਿੱਖ ਗੁਰੂ ਦੇ ਉੱਤੇ ਪ੍ਰਤੀਤ ਕਰੇ ਤਾਂ ਉਹ ਫਲੀ ਭੂਤ ਹੁੰਦਾ। ਇਹ ਸਾਰਾ ਜਪ, ਇਹ ਸਾਰੀ ਸਾਧਨਾ ਉਹਦੀ ਸਫਲੀ ਹੁੰਦੀ ਹੈ ਜਦੋਂ ਗੁਰੂ ਤੇ ਪ੍ਰਤੀਤ ਕਰੇ। ਔਰ ਵਿਪਰ ਦਾ ਇੱਥੇ ਮਤਲਬ ਹੈ ਉਹ ਬ੍ਰਾਹਮਣ ਜਿਸ ਨੇ ਬ੍ਰਹਮ ਨੂੰ ਜਾਣ ਲਿਆ, ਉਹ ਭਾਵੇਂ ਸ਼ੂਦਰਾਂ ਦੇ ਘਰੇ ਜੰਮਿਆ ਹੋਵੇ, ਉਹਦੀ। ਔਰ ਸਾਧੂ ਕਿਸ ਨੂੰ ਕਹਿੰਦੇ ਹਨ? ਸਾਧ ਦਾ ਮਤਲਬ ਹੁੰਦਾ ਵੀ ਜਿਹੜਾ ਸਾਧਨਾ ਕਰਕੇ ਆਪ ਸਿੱਧ ਹੋ ਚੁੱਕਾ ਔਰ ਦੂਸਰੇ ਨੂੰ ਸਿੱਧ ਕਰਨ ਦੀ ਸਮਰੱਥਾ ਰੱਖਦਾ, ਉਹਨੂੰ ਕਹਿੰਦੇ ਨੇ ਸਾਧ। ਆਪ ਸਿੱਧ ਹੋ ਚੁੱਕਾ ਯਾਨੀ ਕਿ ਪਹੁੰਚ ਗਿਆ, ਔਰ ਕਿਸੇ ਦੂਜੇ ਭੁੱਲੇ ਭਟਕੇ ਨੂੰ ਵੀ ਬਾਹ ਫੜ ਕੇ ਪਹੁੰਚਾਉਣ ਦੀ ਸਮਰੱਥਾ ਰੱਖਦਾ, ਉਹਨੂੰ ਸਾਧ ਕਹਿੰਦੇ ਨੇ। ਇਹੋ ਜਿਹੇ ਜਿਹੜੇ ਸਾਧੂ ਹਨ ਭਾਈ, ਉਹਨਾਂ ਦੀ ਸੇਵਾ ਕਰਨੀ।
ਜੋ ਬ੍ਰਹਮ ਨੂੰ ਪੁੱਜ ਚੁੱਕੇ ਨੇ, ਬ੍ਰਹਮ ਗਿਆਨ ਜਿਨ੍ਹਾਂ ਦੇ ਹਿਰਦੇ 'ਚ ਉਜਾਗਰ ਹੋ ਚੁੱਕਾ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਆਮ ਕਰਕੇ ਅੱਜ ਕੱਲ ਤਾਂ ਸਾਧ ਸ਼ਬਦ ਵੀ ਜਿਹੜਾ ਨਾ ਇੰਨਾ ਭ੍ਰਿਸ਼ਟ ਕਰ ਦਿੱਤਾ ਕਈਆਂ ਪਖੰਡੀਆਂ ਦੰਭੀਆਂ ਨੇ। ਹਾਲਾਂਕਿ ਸਾਧੂ ਸ਼ਬਦ, ਸਾਧ ਸ਼ਬਦ ਬੜਾ ਸ੍ਰੇਸ਼ਟ ਸ਼ਬਦ ਹੈ। ਪਹੁੰਚਿਆ ਹੋਇਆ ਜਿਹੜਾ ਸਿੱਧ ਹੋ ਗਿਆ ਉਹਨੂੰ ਸਾਧ ਕਹਿੰਦੇ ਆ। ਜੋ ਪਹੁੰਚ ਗਿਆ, ਟਿਕ ਗਿਆ ਹੈ। ਤੇ ਹੁਣ ਤਾਂ ਜਿਹਨੇ ਮੇਰੇ ਵਾਂਗੂ ਲੰਮਾ ਚੋਲਾ ਪਾਇਆ ਹੋਵੇ ਉਹਨੂੰ ਵੀ ਸਾਧ ਕਹਿ ਦਿੰਦੇ ਆ। ਭੋਲਾ ਭਾਲਾ ਜਾਂ ਕੋਈ ਬੰਦਾ ਹੋਵੇ, ਆਵਾ ਫਾਵਾ ਜਿਹਾ, ਜਿਹਨੂੰ ਗੱਲਬਾਤ ਨਾ ਕਰਨੀ ਆਵੇ, ਉਹਨੂੰ ਵੀ ਲੋਕ ਸਾਧ ਕਹੀ ਜਾਂਦੇ ਆ। ਪਰ ਸਾਧੂ ਬੜੀ ਉੱਚੀ ਖੇਡ ਹੈ ਸਾਧੂ ਦੀ। ਉਹਨੇ ਆਪਣੀਆਂ ਇੰਦਰੀਆਂ ਨੂੰ ਐਸਾ ਦਮਨ ਕਰ ਲਿਆ ਹੋਇਆ ਵੀ ਉਹਦੀਆਂ ਅੱਖਾਂ ਦੇ ਵਿੱਚ, ਕੰਨਾਂ ਵਿੱਚ, ਨਾਸਕਾ ਵਿੱਚ, ਰਸਨਾ, ਹੱਥਾਂ ਪੈਰਾਂ ਵਿੱਚ ਕਦੇ ਵੀ ਵਿਕਾਰ ਨਹੀਂ ਉਪਜਦਾ। ਉਹਨੇ ਆਪਣੀਆਂ 10 ਦੀਆਂ 10 ਇੰਦਰੀਆਂ ਨੂੰ ਸਿੱਧ ਕਰ ਲਿਆ, ਸਾਧ ਲਿਆ। ਉਹਨੂੰ ਸਾਧੂ ਕਹਿੰਦੇ ਆ। ਇਹੋ ਜਿਹੇ ਸਾਧੂਆਂ ਦੀ ਸੰਗਤ ਕਰਨੀ, ਔਰ ਇਹੋ ਜਿਹੇ ਸਾਧੂਆਂ ਦੀ ਸੰਗਤ ਕਰਕੇ ਕਹਿੰਦੇ ਕੁਝ ਕਰਨਾ ਵੀ ਨਹੀਂ ਪੈਂਦਾ। ਮਹਾਰਾਜ ਪੰਜਵੇਂ ਪਾਤਸ਼ਾਹ ਦਾ ਕਹਿੰਦੇ ਐ, ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ, ਉਹਨਾਂ ਦੀ ਸੰਗਤ ਕਰੀਏ, ਕੁਝ ਕਾਲਣਾ ਵੀ ਨਾ ਕਾਲੀਏ, ਬਸ ਦਰਸ਼ਨ ਕਰ ਲਈਏ ਤੇ ਦਰਸ਼ਨ ਨਾਲ ਹੀ ਨਿਹਾਲ ਹੋ ਜਾਈਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦਰਸ਼ਨ ਭੇਟਤ ਹੋਤ ਨਿਹਾਲ। ਕਿੱਡੀ ਵੱਡੀ ਬਰਕਤ ਹੈ ਸਾਧੂਆਂ ਦੀ ਸੰਗਤ ਦੀ। ਸਾਧ ਸੰਗਤ ਦੀ ਕਿੱਡੀ ਮਹਿਮਾ ਮਹਾਰਾਜ ਜੀ ਨੇ 7ਵੀਂ ਅਸ਼ਟਪਦੀ 'ਚ ਦੱਸੀ ਹੈ। ਇਸ ਕਰਕੇ ਭਾਈ ਸਾਧੂਆਂ ਦੀ ਸੰਗਤ ਕਰਨੀ ਹੈ, ਨਾਮ ਜਪਣ ਵਾਲਿਆਂ ਦੀ, ਗੁਰਮੁਖ ਰੂਹਾਂ ਦੀ ਸੰਗਤ ਕਰਨੀ ਹੈ। ਉਸਤਤ ਨਿੰਦਾ ਪਰ ਹਰੈ। ਉਸਤਤ, ਬਗਾਨੀ ਉਸਤਤ, ਬਿਨਾਂ ਗੱਲ ਤੋਂ ਕਿਸੇ ਦੀ ਖੁਸ਼ਾਮਦ ਕਰਨੀ ਜਾਂ ਆਪਣੀ ਉਸਤਤ ਸੁਣਨੀ, ਇਹਨੂੰ ਛੱਡ ਦੇਣਾ। ਨਿੰਦਾ ਨਹੀਂ ਸੁਣਨੀ ਕਿਸੇ ਦੀ, ਆਪਣੀ ਉਸਤਤ ਨਹੀਂ ਸੁਣਨੀ, ਦੂਜੇ ਦੀ ਨਿੰਦਾ ਨਹੀਂ ਸੁਣਨੀ। ਆਪਣੀ ਉਸਤਤ ਨਹੀਂ ਸੁਣਨੀ, ਦੂਜੇ ਦੀ ਨਿੰਦਾ। ਉਸਤਤ ਨਿੰਦਾ ਪਰ ਹਰੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ। ਇਹ ਖੇਡ ਹੈ ਅਸਲ ਦੇ ਵਿੱਚ, ਜਿੱਥੇ ਉਸਤਤ ਨਿੰਦਾ, ਮਾਣ ਅਪਮਾਨ, ਹਰਖ ਸੋਗ, ਦਵੰਦ ਤੋਂ ਉੱਪਰ ਸੁਰਤ ਉੱਠ ਜਾਵੇ। ਕਹਿੰਦੇ ਉਸਤਤ ਨਿੰਦਾ ਨੂੰ ਪਰਹਰਨਾ, ਤਿਆਗਣਾ ਹੈ। ਕਲ ਹੈ ਈਰਖਾ ਮਾਨ। ਕਲ ਹੈ ਵਾਦ ਵਿਵਾਦ, ਝਗੜੇ, ਈਰਖਾ, ਮਾਣ ਅਪਮਾਨ, ਇਹ ਜਿਹੜੀਆਂ ਬਿਰਤੀਆਂ ਨੇ ਜਪਜੀ ਸਾਹਿਬ ਦਾ ਪਾਠ ਕਰਦਿਆਂ ਇਹਨਾਂ ਦਾ ਤਿਆਗ ਕਰਨਾ। ਇਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਜਿਹੜੀਆਂ ਭੈੜੀਆਂ ਬਿਰਤੀਆਂ ਨੇ, ਈਰਖਾ ਰੱਖਣੀ ਕਿਸੇ ਨਾਲ, ਬਿਨਾਂ ਗੱਲ ਤੋਂ ਵਾਦ ਵਿਵਾਦ ਕਰਨੇ, ਝਗੜੇ ਕਰਨੇ, ਮਾਣ ਅਪਮਾਨ ਦੀ ਇੱਛਾ ਜੀ ਰੱਖਣੀ ਆਪਣੇ ਹਿਰਦੇ 'ਚ, ਇਹਦਾ ਤਿਆਗ ਕਰਨਾ। ਵੇਦ ਬਚਨ ਸਮ ਗੁਰ ਬਚਨ, ਸਭ ਸੰਤਨ ਪਰਮਾਨ। ਗੁਰੂ ਕੇ ਸਿੱਖ ਵਾਸਤੇ ਗੁਰੂ ਕੀ ਬਾਣੀ ਹੀ ਵੇਦ ਹੈ। ਸਾਨੂੰ ਵੱਖੋ ਵੇਦਾਂ ਦੀ ਲੋੜ ਨਹੀਂ। ਗੁਰੂ ਕੇ ਵਾਕ ਹੀ ਅਸਲ ਵਿੱਚ ਵੇਦ ਹਨ। ਗੁਰੂ ਕੀ ਬਾਣੀ ਹੀ ਅਸਲ ਵਿੱਚ। ਸਮੁੰਦਰ ਦਾ ਪਾਣੀ ਉਦਾਂ ਕੰਮ ਨਹੀਂ ਆਉਂਦਾ, ਖਾਰਾ, ਪਰ ਜਦੋਂ ਬਦਲਾਂ ਰਾਹੀਂ ਵਰਸਦਾ ਨਾ, ਬੜਾ ਮਿੱਠਾ ਪਾਣੀ ਹੋ ਜਾਂਦਾ। ਉਹ ਜਲ ਬੜਾ ਕੰਮ ਦਾ ਉਪਯੋਗੀ ਹੋ ਜਾਂਦਾ ਹੈ, ਆਉਂਦਾ ਸਮੁੰਦਰ ਚੋਂ ਹੈ। ਗੁਰੂ ਕੀ ਬਾਣੀ ਮਿੱਠੀ ਮਿੱਠੀ ਅੰਮ੍ਰਿਤ ਕਣੀ ਦਾ ਮੀਂਹ ਹੈ। ਵੇਦ ਜਿਹੜੇ ਨੇ ਉਹ ਖਾਰੇ ਸਮੁੰਦਰ ਵਾਂਗੂ ਨੇ। ਉਹਨੂੰ ਕੁਝ ਕੁ ਗਿਣੇ ਚੁਣੇ ਲੋਕ ਪੜ੍ਹ ਸੁਣ ਸਕਦੇ ਆ, ਫਿਰ ਵੀ ਉਹਨਾਂ ਦਾ ਉਧਾਰ ਤਾਂ ਦੇਸ਼ ਭਾਖਾ ਬੋਲੀ ਵਿੱਚ ਹੀ ਹੋਣਾ ਨਾ, ਸਮਝ ਕੇ। ਇਸ ਕਰਕੇ ਭਾਈ ਗੁਰੂ ਕੀ ਬਾਣੀ ਜਿਹੜੀ ਆ, ਗੁਰਸਿੱਖ ਲਈ ਤਾਂ ਗੁਰਬਾਣੀ ਹੀ ਵੇਦ ਹੈ। ਤੋ ਏਦਾਂ ਸਤਿਕਾਰ ਕਰੇ ਗੁਰੂ ਕੇ ਬਚਨਾਂ ਦਾ, ਗੁਰੂ ਕੀ ਬਾਣੀ ਦਾ। ਸਭ ਸੰਤਨ ਪ੍ਰਮਾਣ। ਸਤਿਪੁਰਸ਼ਾਂ ਨੇ ਇਸ ਗੱਲ ਨੂੰ ਪ੍ਰਮਾਣਕ ਕਿਹਾ। ਸਵਈਆ ਜਪ ਜਾਪ ਕੀਏ ਅਗ ਕੋਟ ਹਰੈ। ਜਪਜੀ ਸਾਹਿਬ ਦਾ ਜਾਪ ਕੀਤਿਆਂ ਪਾਪ ਦੂਰ ਹੋ ਜਾਂਦੇ ਆ। ਸੁਣੋ ਹੁਣ ਜਪਜੀ ਸਾਹਿਬ ਦੀ ਮਹਿਮਾ। ਭਾਈ ਸਾਹਿਬ ਦੀ ਕਲਮ ਚੱਲਣ ਲੱਗੀ, ਮਹਾਂਕਵੀ ਭਾਈ ਸੰਤੋਖ ਸਿੰਘ ਜੀ ਦੀ ਜਦੋਂ ਕਲਮ ਚੱਲਦੀ ਹੈ ਤੇ ਫਿਰ ਉਪਮਾ ਦੇ ਪੁਲ ਬੰਨ ਦਿੰਦੀ ਹੈ ਮਹਾਰਾਜ ਜੀ ਦੀ। ਉਪਮਾ ਹੀ ਉਪਮਾ, ਉਪਮਾ ਹੀ ਉਪਮਾ। ਕੀ ਕਹਿੰਦੇ ਆ? ਜਪ ਜਾਪ ਕੀਏ ਅਘ ਕੋਟ ਹਰੈ। ਜਪਜੀ ਸਾਹਿਬ ਦਾ ਜਾਪ ਕੀਤਿਆਂ ਕਰੋੜਾਂ ਪਾਪ ਕੱਟੇ ਜਾਂਦੇ ਨੇ, 1 2 4 ਨਹੀਂ।
ਕਰੋੜਾਂ ਹੀ ਪਾਪ। ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਨਾ ਸਿੱਖ, ਉਹਦੇ ਕਰੋੜਾਂ ਹੀ ਪਾਪ ਕੱਟੇ ਜਾਂਦੇ ਹਨ। ਨਿਤ ਦਾਨ ਵਧੈ ਬੁੱਧ ਸਾਰ ਤਰੈ। ਨਿਤ ਦਾਨ ਵਧੈ। ਜਪਜੀ ਸਾਹਿਬ ਦੇ ਪਾਠ ਕਰਨ ਵਾਲੇ ਨੂੰ ਸਾਹਿਬ ਜੀ ਦਾਨ ਕਰਨ ਦੀ ਬਿਰਤੀ ਪ੍ਰਦਾਨ ਕਰਦੇ, ਉਹਦਾ ਦਾਨ ਵਧਦਾ। ਉਹ ਜੋ ਦਾਨ ਕਰਦਾ ਨਾ, ਉਹ ਦਾਨ ਵਧਦਾ ਹੈ। ਜੋ ਦਾਨ ਅਸੀਂ ਕਰਦੇ ਹਾਂ, ਉਹ ਦਾਨ ਦੇ ਵਿੱਚ ਵਾਧਾ ਪੈਂਦਾ ਜਪਜੀ ਸਾਹਿਬ ਦੀ ਬਾਣੀ ਦੇ ਨਾਲ। ਤੇ ਦਾਨ ਕੌਣ ਕਰ ਸਕਦਾ? ਜਿਹਦੇ ਆਪਣੇ ਪੱਲੇ ਕੁਝ ਹੋਵੇਗਾ ਉਹੀ ਦਾਨ ਕਰੇਗਾ ਨਾ। ਤੇ ਜਿਹਦੇ ਆਪਣੇ ਘਰ ਪ੍ਰਸ਼ਾਦਾ ਔਖਾ ਪੱਕੇ, ਉਹ ਕਿਵੇਂ ਦਾਨ ਕਰੇਗਾ ਭਾਈ? ਤੋ ਜਪਜੀ ਸਾਹਿਬ ਦੀ ਬਾਣੀ ਦੇ ਨਾਲ ਕਹਿੰਦੇ ਨਿਤ ਦਾਨ ਵਧੇਗਾ। ਜੋ ਦਾਨ ਕੀਤਾ ਉਹਦੇ 'ਚ ਵਾਧਾ ਹੋਵੇਗਾ ਨਿਤ। ਵੈਸੇ ਵੀ ਕਹਿੰਦੇ ਦਾਨ ਜਿਹੜਾ ਉਹ ਵਧਦਾ ਚਲਿਆ ਜਾਂਦਾ ਜਿਹੜਾ ਦਾਨ ਕਰੀਏ। ਤੋ ਪੰਥ ਨੂੰ ਦਾਨ ਦੇਣਾ, ਖਾਲਸੇ ਨੂੰ ਦਾਨ ਦੇਣਾ। ਦਾਨ ਦਿਓ ਨਹੀਂ ਕੋ ਭਲੋ ਅਰੇ ਔਰ ਕੋ ਦਾਨ ਨਾ ਲਾਗਤ ਨੀਕੋ। ਮਹਾਰਾਜ ਜੀ ਕਹਿੰਦੇ ਸੇਵ ਕਰੀ ਨਹੀਂ ਕੀ ਭਾਵ ਤੇ ਔਰ ਕੀ ਸੇਵ ਸੁਹਾਤ ਨਾ ਜੀਕੋ। ਇਹ ਖਾਲਸੇ ਦੀ ਸੇਵਾ ਕੀਤੀ ਮੈਨੂੰ ਚੰਗੀ ਲੱਗਦੀ ਆ, ਆ ਹੋਰਾਂ ਦੀ ਜਾ ਕੇ ਤੁਸੀਂ ਸੇਵਾ ਕਰਦੇ ਫਿਰੋ, ਮੈਨੂੰ ਨਹੀਂ ਚੰਗਾ ਲੱਗਦਾ। ਸੇਵ ਕਰੀ ਨਹੀਂ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਨੀਕੋ ਜੀਕੋ। ਦਾਨ ਦਿਓ ਨਹੀਂ ਕੋ ਭਲੋ ਔਰ ਕੋ ਦਾਨ ਨਾ ਲਾਗਤ ਨੀਕੋ। ਦਾਨ ਦਿੱਤਾ ਵੀਰਾਂ ਨੂੰ ਭਲਾ ਹੈ, ਕਿਸੇ ਹੋਰ ਨੂੰ ਦਿੱਤਾ ਦਾਨ ਨਹੀਂ ਮੈਨੂੰ ਚੰਗਾ ਲੱਗਦਾ। ਇਹ ਕਲਗੀਧਰ ਸੁਆਮੀ ਦੇ ਅੰਮ੍ਰਿਤ ਬਚਨ ਹਨ। ਇਸ ਕਰਕੇ ਖਾਲਸੇ ਦੀ ਸੇਵਾ, ਖਾਲਸੇ ਨੂੰ ਦਿੱਤਾ ਹੋਇਆ ਦਾਨ। ਤੇ ਪਾਤਸ਼ਾਹ ਕਹਿੰਦੇ ਮੇਰੇ ਘਰ ਵਿੱਚ ਜੋ ਹੈ ਸਾਰਾ ਕੁਝ ਇਹਨਾਂ ਦਾ ਹੈ। ਤੋ ਜਪਜੀ ਸਾਹਿਬ ਦੀ ਬਾਣੀ ਪੜ੍ਹਿਆ ਦਾਨ ਦੇ ਵਿੱਚ ਵਾਧਾ ਹੁੰਦਾ, ਦਾਨ ਵਧੈ। ਫਿਰ ਬੁੱਧ ਸਾਰ ਧਰੈ। ਜਪਜੀ ਸਾਹਿਬ ਦਾ ਪਾਠ ਕੀਤਿਆਂ ਜਿਹੜੀ ਸਾਡੀ ਬੁੱਧੀ ਹੈ ਇਹ ਸਾਰ ਨੂੰ ਗ੍ਰਹਿਣ ਕਰਦੀ। ਸਾਰ ਕੀ ਹੈ? ਸੱਚ। ਦੁੱਧ ਤੇ ਪਾਣੀ ਹੁੰਦਾ ਨਾ, ਹੰਸ ਦੇ ਕੋਲ ਇੱਕ ਚੁੰਝ ਹੁੰਦੀ, ਉਹ ਦੁੱਧ ਵਿੱਚ ਰੱਖਦਾ, ਪਾਣੀ ਵੱਖਰਾ, ਫੁੱਟੀਆਂ ਵੱਖਰੀਆਂ ਕਰ ਲੈਂਦਾ। ਪਾਣੀ ਨੂੰ ਛੱਡ ਕੇ ਫੁੱਟੀਆਂ ਖਾ ਲੈਂਦਾ ਦੁੱਧ ਦੀਆਂ। ਇਸੇ ਤਰ੍ਹਾਂ ਗੁਰਸਿੱਖ ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ ਤਾਂ ਸਤਿਗੁਰੂ ਜੀ ਨੂੰ ਹੰਸ ਬਿਰਤੀ ਬਖਸ਼ਦੇ ਆ, ਪਰਮਹੰਸ ਬਿਰਤੀ। ਫਿਰ ਇਹ ਸੱਚ ਨੂੰ ਗ੍ਰਹਿਣ ਕਰਦਾ ਤੇ ਝੂਠ ਦਾ ਤਿਆਗੀ ਹੋ ਜਾਂਦਾ। ਜੋ ਅਸਾਰ ਹੈ ਉਹਨੂੰ ਤਿਆਗ ਦਿੰਦਾ ਹੈ, ਜੋ ਸਾਰ ਹੈ ਉਸ ਨੂੰ ਗ੍ਰਹਿਣ ਕਰ ਲੈਂਦਾ ਹੈ। ਮਨ ਭਾਵ ਵਧੈ ਸੁਖ ਕਾਮ ਸਧੈ। ਇਹਦੇ ਮਨ ਦੇ ਵਿੱਚ ਗੁਰੂ ਜਪਜੀ ਸਾਹਿਬ ਦਾ ਪਾਠ ਕੀਤਿਆਂ ਗੁਰੂ ਸਾਹਿਬ ਪ੍ਰਤੀ ਭਾਵ ਵਧੈ, ਪ੍ਰੇਮ ਵਧਦਾ। ਜਦੋਂ ਗੁਰਸਿੱਖ ਬੜੇ ਪਿਆਰ ਨਾਲ ਰੀਝ ਕੇ ਪੜਦਾ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਜਦੋਂ ਪਿਆਰ ਨਾਲ ਪੜਦਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ। ਪਿਆਰ ਸਹਿਤ ਜਿਵੇਂ ਜਿਵੇਂ ਜਪਜੀ ਸਾਹਿਬ ਪੜ੍ਹਦੇ ਨੇ ਸਿੱਖ, ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੇ ਗੁਰੂ ਖਾਲਸਾ ਜੀ ਇਸ ਅੰਮ੍ਰਿਤ ਬਾਣੀ ਨੂੰ ਪੜ੍ਹਦਿਆਂ ਸਿੱਖ ਅੰਦਰ ਗੁਰੂ ਪ੍ਰਤੀ ਪ੍ਰੇਮ ਵਧਦਾ ਹੈ, ਭਾਵ ਵਧਦਾ ਹੈ। ਇਸ ਕਰਕੇ ਗੁਰਮੁਖੋ ਪਹਿਲਾਂ ਜਪਜੀ ਨਾਲ ਜੁੜੋ। ਇਹ ਸਤਿਗੁਰੂ ਜੀ ਸਾਨੂੰ ਪਹਿਲੀ ਪੌੜੀ ਸਿਖਾ ਰਹੇ ਨੇ ਜਿਹਨੂੰ ਅਸੀਂ ਗ੍ਰਹਿਣ ਕਰਨਾ। ਸ਼ੁਰੂਆਤ ਵਿੱਚ ਤਾਂ ਭਾਵਨਾ ਬਣ ਜੇ ਵੀ ਕਿਹੜੀ ਪੌੜੀ ਦਾ ਕੀ ਮਹੱਤਵ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਬੱਚੇ ਨੂੰ ਲਾਲਚ ਲਾ ਕੇ ਤਾਂ ਲਾਇਆ ਜਾਂਦਾ ਨਾ। ਅਸੀਂ ਜਗਿਆਸੂ ਬੱਚੇ ਹਾਂ ਮਹਾਰਾਜ ਜੀ ਦੇ, ਸਾਨੂੰ ਸਤਿਗੁਰੂ ਜੀ ਨਾ ਏਦਾਂ ਲਾਲਸਾ ਲਾ ਕੇ ਆ ਵੀ ਮਿਲੇਗਾ ਵੀ ਆ ਵੀ ਮਿਲੇਗਾ। ਪੜ੍ਹ ਤਾਂ ਸਹੀ। ਪੜ੍ਹਦਿਆਂ ਫਿਰ ਇੱਕ ਦਿਨ ਐਸਾ ਆਵੇਗਾ ਜਿੱਥੇ ਜਾ ਕੇ ਪਤਾ ਲੱਗੇਗਾ ਜਪਜੀ ਸਾਹਿਬ ਦੀ ਬਾਣੀ ਵਿੱਚੋਂ ਵੀ ਇਹ ਤਾਂ ਖੇਡ ਸੰਸਾਰ ਦੀ ਅਸਾਰ ਹੈ, ਨਾਸ਼ਵਾਨ ਹੈ। ਸਾਰ ਤਾਂ ਕੁਝ ਹੋਰ ਹੀ ਹੈ। ਜਪਜੀ ਸਾਹਿਬ ਨਾਲ ਜਦੋਂ ਬੱਚੇ ਜੁੜਨਗੇ, ਜਾਪ ਸਾਹਿਬ ਨਾਲ ਜੁੜਨਗੇ, ਜਿਵੇਂ ਜਿਵੇਂ ਜਪਜੀ ਜਾਪ ਨੂੰ ਪੜ੍ਹਨਗੇ ਤਿਵੇਂ ਤਿਵੇਂ ਗੁਰਸਿੱਖੀ 'ਚ ਪਰਪੱਕ ਹੋਣਗੇ। ਅਸੀਂ ਕਹਿੰਦੇ ਹਾਂ ਪਹਿਲਾਂ ਬੱਚਾ ਅੰਮ੍ਰਿਤ ਛਕ ਲੇ, ਬਾਅਦ ਵਿੱਚ ਜਪਜੀ ਸਾਹਿਬ ਪੜ੍ਹਦਾ ਸਿੱਖੇ। ਮੈਂ ਇਹ ਮੰਨਦਾ ਹਾਂ ਕਿ ਪਹਿਲਾਂ ਜਪਜੀ ਸਾਹਿਬ, ਜਾਪ ਸਾਹਿਬ, ਪੰਜ ਬਾਣੀਆਂ ਪੜ੍ਹਨੀ ਸਿੱਖ ਲਵੇ, ਸ਼ਾਮ ਨੂੰ ਸੋਦਰ ਪੜ੍ਹ ਲਵੇ, ਸੋਹਿਲਾ ਸਾਹਿਬ ਦੀ ਬਾਣੀ ਪੜ੍ਹਨੀ ਸਿੱਖ ਲਵੇ, ਫਿਰ ਉਹਨੂੰ ਅੰਮ੍ਰਿਤ ਛਕਾਓ, ਪੱਕਾ ਹੋ ਜਾਏਗਾ।
ਫਿਰ ਉਹ ਪ੍ਰਪੱਕ ਹੋ ਜਾਏਗਾ। ਤੋ ਇਸ ਕਰਕੇ ਭਾਈ ਜਪਜੀ ਨਾਲ ਜਿਹੜਾ ਜੁੜੇਗਾ, ਜਿਹੜਾ ਜੀਵਨ ਵਿੱਚ ਆਪਣੇ ਜਪਜੀ ਨੂੰ ਨਹੀਂ ਨਿਖੇੜੇਗਾ, ਉਹ ਕਦੇ ਗੁਰਸਿੱਖੀ ਨੂੰ ਤਿਲਾਂਜਲੀ ਨਹੀਂ ਦੇਵੇਗਾ। ਤੋ ਜਪਜੀ ਸਾਹਿਬ ਦੀ ਬਾਣੀ ਦਾ ਏਡਾ ਵੱਡਾ ਮਹਾਤਮ ਇੱਥੇ ਸਾਹਿਬ ਦੱਸ ਰਹੇ ਨੇ। ਜਿਹੜਾ ਜਪਜੀ ਸਾਹਿਬ ਪੜ੍ਹਦਾ ਹੈ ਉਹਦੇ ਅੰਦਰ ਗੁਰੂ ਸਾਹਿਬ ਪ੍ਰਤੀ ਪ੍ਰੇਮ ਵੱਧਦਾ ਹੈ, ਮਨ ਭਾਵ ਵਧਦਾ, ਸੁਖ ਕਾਮ ਸਧੈ। ਜਪਜੀ ਸਾਹਿਬ ਦੀ ਬਾਣੀ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਔਰ ਜਿੰਨੇ ਵੀ ਕੰਮ ਨੇ ਉਹ ਸਿੱਧ ਹੋ ਜਾਂਦੇ ਹਨ। ਕਾਮ ਸਧੈ, ਸਧੈ ਦਾ ਮਤਲਬ ਸਿੱਧ ਹੋ ਜਾਂਦੇ, ਸਾਰੇ ਕੰਮ ਪੂਰੇ ਹੋ ਜਾਂਦੇ ਆ, ਸਾਰੇ ਕਾਰਜ ਰਾਸ ਹੋ ਜਾਂਦੇ ਨੇ ਜਿਹੜੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਦੇ। ਸੁਰ ਸਾਧਨ ਮੈਂ ਤਮ ਪੁੰਜ ਹਰੈ। ਇਹ ਭਾਈ ਸੁਰ ਸਾਧਨਾ ਹੈ। ਜਪਜੀ ਸਾਹਿਬ ਦੀ ਬਾਣੀ ਪੜ੍ਹੀਏ ਨਾ, ਇਹ ਸੁਰ ਸਾਧਨਾ। ਮੰਨ ਲਓ ਤੁਸੀਂ ਦੇਵ ਰੂਪ ਹੀ ਹੋਗੇ ਜਦੋਂ ਜਪਜੀ ਸਾਹਿਬ ਦੀ ਬਾਣੀ ਪੜ੍ਹੋਗੇ, ਤੇ ਜਿਤਨਾ ਅਗਿਆਨਤਾ ਦਾ ਤਮ ਹੈ, ਹਨੇਰਾ ਹੈ, ਉਹ ਅਗਿਆਨਤਾ ਦਾ ਹਨੇਰਾ ਵੀ ਜਪਜੀ ਸਾਹਿਬ ਦੀ ਬਾਣੀ ਦੁਆਰਾ ਦੂਰ ਹੋਵੇਗਾ। ਧਨ ਮੈਂ ਤਨ ਮੈਂ ਘਰ ਮੈਂ ਸੁਤ ਮੈਂ। ਹਾਂ, ਕਹਿੰਦੇ ਧਨ ਦੀ ਪ੍ਰਾਪਤੀ ਦੀ ਇੱਛਾ ਹੈ ਤਾਂ ਜਪਜੀ ਪੜੋ, ਸਰੀਰ ਵਿੱਚ ਤੰਦਰੁਸਤੀ ਚਾਹੀਦੀ ਹੈ, ਅਰੋਗ ਚਾਹੀਦਾ ਤਾਂ ਜਪਜੀ ਸਾਹਿਬ ਦਾ ਪਾਠ ਕਰੋ, ਘਰ 'ਚ ਸੁੱਖ ਚਾਹੀਦਾ ਤਾਂ ਜਪਜੀ ਸਾਹਿਬ ਪੜੋ। ਯਾਨੀ ਕਿ ਜਪਜੀ ਨਹੀਂ ਛੱਡਣੀ, ਹਰ ਵੇਲੇ ਜਪਜੀ ਸਾਹਿਬ ਦਾ ਹੀ ਆਸਰਾ ਲੈਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕੋਈ ਵੀ ਕੰਮ ਹੋਵੇ ਦੁਨੀਆ ਦਾ, ਜਪਜੀ ਸਾਹਿਬ ਦਾ ਆਸਰਾ ਲੈਣਾ। ਫਿਰ ਘਰ ਦੇ ਵਿੱਚ ਸੁੱਖ ਚਾਹੀਦਾ ਤਾਂ ਜਪਜੀ ਸਾਹਿਬ ਦਾ ਪਾਠ ਕਰੋ, ਸੰਤਾਨ ਚਾਹੀਦਾ, ਪੁੱਤਰ ਧੀ ਚਾਹੀਦੀ ਹੈ ਤਾਂ ਭਾਈ ਫਿਰ ਵੀ ਜਪਜੀ ਸਾਹਿਬ ਦਾ ਪਾਠ ਕਰੋ। ਅਰ ਨਾਰ ਬੇਖੈ ਸਭ ਦੁਖ ਟਰੈ। ਫਿਰ ਸ੍ਰੇਸ਼ਟ ਵਰ ਚਾਹੀਦਾ, ਬੱਚੀ ਨੂੰ ਜਾਂ ਬੱਚੇ ਨੂੰ ਸ੍ਰੇਸ਼ਟ ਵਰ ਚਾਹੀਦਾ ਤਾਂ ਉਹ ਵੀ ਜਪਜੀ ਸਾਹਿਬ ਦਾ ਪਾਠ ਕਰੇ। ਜਿਹ ਪ੍ਰੀਤ ਨਹੀਂ ਪਰਤੀਤ ਨਹੀਂ। ਜਿਨ੍ਹਾਂ ਦੇ ਅੰਦਰ ਪ੍ਰੀਤ ਨਹੀਂ ਹੈ, ਉਹਨਾਂ ਅੰਦਰ ਗੁਰੂ ਦੀ ਬਾਣੀ ਤੇ ਪ੍ਰਤੀਤ ਵੀ ਨਹੀਂ, ਭਰੋਸਾ ਵੀ ਨਹੀਂ। ਤਿਸ ਕੋ ਸਿੱਖ ਦੇਹ ਸੋ ਦੁਖ ਕਰੈ। ਜਿਹੜਾ ਬੇਪਰਤੀਤਾ ਬੰਦਾ ਹੈ, ਜਿਹਦੇ ਅੰਦਰ ਗੁਰੂ ਦੀ ਪ੍ਰੀਤ ਨਹੀਂ, ਉਹਨੂੰ ਤੁਸੀਂ ਕਹੋ ਵੀ ਜਪਜੀ ਸਾਹਿਬ ਪੜਿਆ ਕਰ, ਉਹਨੂੰ ਜਦੋਂ ਕਹੋਗੇ ਸਗੋਂ ਉਹਨੂੰ ਕਹਿਣ, ਉਹਨੇ ਪੜ੍ਹਨਾ ਤਾਂ ਹੈ ਨਹੀਂ, ਉਹਨੂੰ ਜਦੋਂ ਕਹੋਗੇ ਸਗੋਂ ਤੁਹਾਨੂੰ ਦੋਸ਼ ਲੱਗੇਗਾ। ਜੇ ਕਿਸੇ 'ਚ ਭਾਵਨਾ ਨਾ, ਉਹਨੂੰ ਤਾਂ ਕਹੋ ਵੀ ਪੜੋ। ਜਿਹੜੇ ਬੇਪਰਤੀਤੇ ਲੋਕ ਨੇ, ਜਿਹੜੇ ਕਹਿੰਦੇ ਬਾਣੀ ਪੜ੍ਹਦੇ ਬਾਣੀਏ, ਇਹ ਸਾਡਾ ਕੰਮ ਥੋੜੀ ਆ। ਉਹ ਕਹਿੰਦੇ ਜਿਹਨਾਂ ਨੂੰ ਬਾਣੀ ਦੇ ਨਾਲ ਧਿਆਨ ਹੀ ਕੋਈ ਨਹੀਂ ਹੈ, ਬਾਣੀ ਨਾਲ ਪ੍ਰੀਤ ਹੀ, ਉਹਨਾਂ ਨੂੰ ਤੁਸੀਂ ਜਪਜੀ ਸਾਹਿਬ ਨੂੰ ਪੜ੍ਹਨਾ ਕਹੋਗੇ, ਉਹਨੇ ਪੜ੍ਹਨਾ ਨਹੀਂ, ਸਗੋਂ ਦੋਸ਼ ਲੱਗੇਗਾ ਵੀ ਉਹਨੂੰ ਇੰਨੀ ਕੀਮਤੀ ਚੀਜ਼ ਦਿੱਤੀ ਦੱਸਣ ਵਾਸਤੇ ਵੀ ਆਹ ਵੇਖੋ ਏਡਾ ਮੋਲਕ ਖਜ਼ਾਨਾ, ਉਹ ਅੱਗੋਂ ਬੇਪਰਤੀਤੀ ਜੀ ਵਿਖਾ ਦੇਵੇ, ਸਗੋਂ ਦੋਸ਼ ਹੀ ਲੱਗਣਾ ਨਾ। ਕਿਸੇ ਅੱਗੇ ਤੁਸੀਂ ਕੋਈ ਚੰਗੀ ਚੀਜ਼ ਪਰੋਸ ਕੇ ਰੱਖ ਦਿਓ, ਉਹਦੀ ਕਦਰ ਹੀ ਨਾ ਹੋਵੇ, ਉਹਦੀ ਬੇਕਦਰੀ ਕਰੇ। ਇਸ ਕਰਕੇ ਭਾਈ ਬੇਪਰਤੀਤਿਆਂ ਨੂੰ ਨਹੀਂ ਕਹਿਣ ਦੀ ਲੋੜ। ਜਿਹੜੇ ਗੁਰੂ ਨਾਲ ਕੋਈ ਪ੍ਰੀਤ ਪ੍ਰੇਮ ਭਾਵ ਰੱਖਦੇ ਆ, ਉਹਨਾਂ ਨੂੰ ਜਪਜੀ ਸਾਹਿਬ ਦੀ ਬਾਣੀ ਪੜਨ ਨੂੰ ਕਿਹਾ ਜਾ ਸਕਦਾ ਹੈ। ਜਿਸ ਕੀ ਬਿਦ ਇਹ ਕਹੀ ਗੁਰ ਪੂਰਨ। ਕਹਿੰਦੇ ਇਹਦੀ ਜਿਹੜੀ ਵਿਧੀ ਹੈ ਉਹ ਪੂਰਨ ਗੁਰੂ ਸਾਹਿਬ ਨੇ ਦੱਸੀ ਹੈ। ਹੋਇ ਸਿੱਖ ਪ੍ਰਾਪਤ ਸਾਧਨ ਤੇ। ਹਾਂ, ਜਦੋਂ ਸਿੱਖ ਸਾਧਨਾ ਕਰਦਾ ਹੈ ਤਾਂ ਸਿੱਖ ਨੂੰ ਇਹ ਸਾਰੇ ਸਾਧਨ ਪ੍ਰਾਪਤ ਹੋ ਜਾਂਦੇ ਹਨ। ਸਭ ਪਾਠਨ ਗੀਤ ਖੜੰਗਨ ਤੇ। ਵੇਦਾਂ ਦੇ 6 ਅੰਗ ਹੁੰਦੇ ਨੇ, ਵਿਆਕਰਨ ਹੈ, ਨਿਰੁਕਤ ਹੈ, ਪਿੰਗਲ ਹੈ, ਜੋਤਿਸ਼ ਹੈ, ਵੈਦਿਕ ਹੈ। ਉਹ 6 ਅੰਗਾਂ ਦੇ ਨਾਲ ਵੇਦ ਪੜ੍ਹੇ ਜਾਂਦੇ ਆ। ਪਰ ਗੁਰਸਿੱਖ ਜਦੋਂ ਜਪਜੀ ਸਾਹਿਬ ਦਾ ਪਾਠ ਕਰਦਾ, ਉਹਦੇ 6 ਅੰਗ ਇਹਦੇ ਚੋਂ ਹੀ ਪੂਰੇ ਹੋ ਜਾਂਦੇ ਆ। ਉਹਦੇ ਵਿੱਚੋਂ ਜਪਜੀ ਸਾਹਿਬ ਦੇ ਵਿੱਚੋਂ ਹੀ ਉਹਦੇ 6 ਅੰਗ ਪੂਰਨ ਹੋ ਜਾਂਦੇ ਹਨ। ਉਪਜਿਓ ਫਲ ਕੋ ਤਤ ਜੋਗਨ ਤੇ। ਯੋਗ ਸਾਧਨਾ ਕੀਤਿਆਂ ਜਿਹੜਾ ਤਤ ਯੋਗੀਆਂ ਅੰਦਰ ਵੀ ਉਤਪੰਨ ਹੋਣਾ ਦੁਰਲਭ ਹੁੰਦਾ ਹੈ, ਗੁਰਸਿੱਖ ਦੇ ਅੰਦਰ ਜਪਜੀ ਸਾਹਿਬ ਦਾ ਪਾਠ ਕਰਕੇ ਉਹ ਤਤ ਗਿਆਨ ਉਤਪੰਨ ਹੋ ਜਾਂਦਾ ਹੈ। ਯੋਗੀਆਂ ਨੂੰ ਵੀ ਜਿਸ ਤਤਵ ਗਿਆਨ ਦੀ ਪ੍ਰਾਪਤੀ ਦੁਰਲਭ ਹੈ, ਗੁਰਸਿੱਖ ਨੂੰ ਉਹ ਸੁਲਭ ਪ੍ਰਾਪਤ ਹੋ ਜਾਂਦੀ ਜਪਜੀ ਦੀ ਬਾਣੀ ਚੋਂ।
ਤਿਮ ਸਾਧਨ ਸਿੱਧ ਸੁਚੇਤ ਭਲੀ ਬਿਦ। ਕਹਿੰਦੇ ਭਾਈ ਸਾਧੂ ਜਨ ਸੁਚੇਤ ਹੋ ਕੇ ਇਸ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਹਨ। ਕਾਜ ਸਰੇ ਸੁਖ ਭੋਗਨ ਤੇ ਸੰਸਾਰ ਦੇ ਸੁਖ ਭੋਗਾਂ ਤੋਂ ਨਿਰਲੇਪ ਹੋ ਕੇ ਰਹਿੰਦੇ ਹਨ। ਸਭ ਸਿੱਧ ਕੀਏ ਗੁਰ ਭੇਟ ਦੀਏ। ਇਹ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਨਾਲ ਜਿਨ੍ਹਾਂ ਆਪਣੇ ਸਾਰੇ ਕਾਰਜ ਸਿੱਧ ਕਰ ਲਏ ਉਹ ਗੁਰੂ ਨੂੰ ਭੇਟ ਹੋ ਜਾਂਦੇ, ਯਾਨੀ ਕਿ ਗੁਰੂ ਵਿੱਚ ਮਿਲ ਜਾਂਦੇ ਹਨ। ਇਹ ਬੀਜ ਤਰੇ ਗੁਰ ਮੋਦਨ ਤੇ। ਆ ਬੀਜ ਹੈ ਜਪਜੀ ਸਾਹਿਬ। ਇਹ ਬੀਜ ਜਿਹੜੇ ਗੁਰਸਿੱਖ ਆਪਣੇ ਹਿਰਦੇ ਦੀ ਜ਼ਮੀਨ 'ਚ ਬੀਜ ਲੈਂਦੇ ਨੇ ਉਹਨਾਂ ਤੇ ਗੁਰੂ ਨਾਨਕ ਸਾਹਿਬ ਪ੍ਰਸੰਨ ਹੋ ਜਾਂਦੇ ਹਨ। ਇਹ ਜਪਜੀ ਸਾਹਿਬ ਦਾ ਬੀਜ ਹੈ ਗੁਰਮੁਖੋ। ਇਹ ਬੀਜ ਚੋਂ ਸਿੱਖੀ ਦਾ ਪੌਦਾ ਪੈਦਾ ਹੁੰਦਾ ਹੈ। ਇਸ ਬੀਜ ਚੋਂ ਸਿੱਖੀ ਦਾ ਬੂਟਾ ਪੈਦਾ ਹੁੰਦਾ ਹੈ। ਜਿਹੜੇ ਸਿੱਖ ਜਪਜੀ ਦਾ ਬੀਜ ਆਪਣੇ ਹਿਰਦੇ 'ਚ ਬੀਜ ਲੈਂਦੇ ਨੇ ਉਹਨਾਂ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਹੁੰਦੀਆਂ ਹਨ। ਸਤਿ ਸ੍ਰੀ ਅਕਾਲ। ਉਹਨਾਂ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਬੜੇ ਹੀ ਪ੍ਰਸੰਨ ਹੁੰਦੇ ਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਤੇ ਬੜੇ ਹੀ ਖੁਸ਼ ਹੁੰਦੇ ਆ ਜਦੋਂ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ। ਦੋਹਰਾ ਗੁਰੂ ਨਾਨਕ ਕਰੁਣਾ ਕਰੀ ਪੰਥ ਬਤਾਇਓ ਸਿੱਖ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ। ਇਹ ਕਿਰਪਾ ਗੁਰੂ ਨਾਨਕ ਸਾਹਿਬ ਦੀ ਹੈ। ਏਡੀ ਵੱਡੀ ਕਿਰਪਾ ਹੈ ਜਪਜੀ ਸਾਹਿਬ ਦੀ ਬਾਣੀ, ਏਡੀ ਅਮੋਲਕ ਦਾਤ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਜਪਜੀ ਸਾਹਿਬ ਦੀ ਬਾਣੀ। ਜਪਜੀ ਸਾਹਿਬ ਜਿਤਨੇ ਡੂੰਘੇ ਭਾਵ ਮੇਰੇ ਸਾਹਿਬ ਨੇ ਛੂਏ ਨੇ ਗੁਰੂ ਨਾਨਕ ਸਾਹਿਬ ਨੇ, ਜਿੱਥੇ ਸਾਡੀ ਸੁਰਤ ਪਹੁੰਚਣੀ ਤੱਕ ਪਾਸੇ ਰਹੀ ਕਲਪਨਾ ਵੀ ਨਹੀਂ ਕਰ ਸਕਦੇ ਅਸੀਂ। ਇਸ ਮੰਡਲ 'ਚ ਜਾ ਕੇ ਮਹਾਰਾਜ ਜੀ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ। ਇੱਕ ਇੱਕ ਪੰਕਤੀ ਬੜਾ ਗੂੜਾ ਸੂਤਰ ਹੈ, ਜਿਵੇਂ ਵੇਦਾਂ ਦੇ ਸੂਤਰ ਹੁੰਦੇ ਆ ਨਾ, ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਬੜਾ ਗਹਿਰਾ ਸੂਤਰ ਹੈ। ਇੱਕ ਇੱਕ ਪੰਕਤੀ ਤੇ 200 ਤੋਂ ਵੱਧ ਟੀਕੇ ਨੇ ਜਪਜੀ ਸਾਹਿਬ ਦੀ ਬਾਣੀ ਦੇ। ਔਰ ਉਹ ਵੀ ਸੰਪੂਰਨ ਨਹੀਂ ਮੈਂ ਕਹਿ ਸਕਦਾ ਵੀ ਸੰਪੂਰਨ ਨੇ। ਇੱਕ ਟੀਕੇ ਨਾਲ ਦੂਸਰਾ ਟੀਕਾ ਨਹੀਂ ਮੇਲ ਖਾਂਦਾ। ਪਰ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਸੋਚਦੇ ਹਾਂ ਵੀ ਆਹ ਪੰਕਤੀ ਹੁਣ ਸਾਡੀ ਪਕੜ 'ਚ ਆ ਗਈ ਹੈ, ਬਸ ਹੁਣ ਆ ਫੜ ਲਈ ਹੈ, ਬਸ ਆ ਗਈ ਪਕੜ 'ਚ, ਉਹ ਫੜਨਾ ਚਾਹੁੰਦੇ ਆ ਹੋਰ ਪਰੇ ਲੱਗਣ ਲੱਗ ਪੈਂਦੀ ਹੈ। ਸੋਚਦੇ ਆ ਵੀ ਹੁਣ ਪਕੜ 'ਚ ਆ ਗਈ, ਬਸ ਹੁਣ ਤਾਂ ਅਰਥ ਹੋ ਗਏ ਸਪਸ਼ਟ। ਜਿਵੇਂ ਜਿਵੇਂ ਪਕੜ 'ਚ ਆਉਣ ਦਾ ਯਤਨ ਕਰਦੇ ਆ ਹੋਰ ਪਰੇ ਪ੍ਰਤੀਤ ਹੁੰਦੀ, ਹੋਰ ਪਰੇ ਪ੍ਰਤੀਤ ਹੁੰਦੀ। ਇੰਨੇ ਡੂੰਘੇ ਭਾਵ ਨੇ। ਕੈਸੇ ਡੂੰਘੇ ਭਾਵ? ਜਦੋਂ ਮਹਾਰਾਜ ਜੀ ਕਹਿੰਦੇ ਆ ਵੀ ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ, ਜਦੋਂ ਆਪੇ ਆਪ ਦੀ ਗੱਲ ਆਉਂਦੀ ਆ ਵੀ ਆਪੇ ਆਪ ਨਿਰੰਜਨ ਸੋਏ, ਉਸ ਵੇਲੇ ਕਿਹੋ ਜਿਹਾ ਅਗੰਮੀ ਮੰਡਲ ਹੋਵੇਗਾ ਜਿੱਥੇ ਸੁਰਤ 'ਚ ਪਹੁੰਚ ਕੇ ਵੀ ਕਿਵੇਂ ਆਪੇ ਆਪ ਉਹ ਨਿਰੰਜਨ ਹੋਇਆ, ਆਪਣੇ ਆਪ ਤੋਂ ਕਿਵੇਂ ਹੋਇਆ, ਆਪੇ ਆਪ ਤੋਂ ਕਿਵੇਂ ਪਸਰਿਆ ਉਹ ਸਹਿਭੰਗ। ਜਦੋਂ ਕਿਹਾ ਨਾ ਵੀ ਸਹਿਭੰਗ ਸਵਤੇ ਪ੍ਰਕਾਸ਼, ਉਹ ਆਪਣੇ ਆਪ ਤੋਂ ਕਿਵੇਂ ਪ੍ਰਕਾਸ਼ਿਆ ਹੋਵੇਗਾ, ਕੀ ਹੋਇਆ ਹੋਵੇਗਾ ਉਸ ਵੇਲੇ ਜਦੋਂ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਹੋਈ ਹੋਵੇਗੀ। ਕੀ ਘੜਿਆ ਹੋਣਾ ਉਦੋਂ ਪ੍ਰਮਾਤਮਾ ਨੇ? ਸਭ ਤੋਂ ਪਹਿਲਾਂ ਕਿਹੜਾ ਤੱਤ ਬਣਾਇਆ ਹੋਵੇਗਾ? ਆਕਾਸ਼ ਬਣਾਇਆ ਹੋਵੇਗਾ, ਜਲ ਬਣਾਇਆ ਹੈ, ਧਰਤੀ ਬਣਾਈ ਹੈ, ਕੀ ਬਣਾਇਆ ਹੋਵੇਗਾ? ਕੈਸੀ ਸੁੰਨ ਅਵਸਥਾ ਵਿੱਚ ਮਹਾਰਾਜ ਜੀ ਸੁਰਤ ਲੈ ਜਾਂਦੇ ਆ ਵੀ ਉਸ ਵੇਲੇ ਦਾ ਵਸਾਰਾ ਦੱਸਿਆ ਹੀ ਨਹੀਂ ਜਾ ਸਕਦਾ ਵੀ ਕੀ ਹੋਈ ਹੋਵੇਗੀ ਉਦੋਂ ਖੇਡ। ਕੈਸਾ ਗੂੰਗੇ ਗੁੜ ਖਾਣ ਵਾਲਾ ਸਵਾਦ ਬਣਦਾ ਜਦੋਂ ਸੋਚੀਦਾ ਕਵਣ ਸੁਬੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹੋ ਕਵਣ ਜਿਤ ਹੋਆ ਆਕਾਰ। ਆਕਾਰ ਜਦੋਂ ਬਣਿਆ ਹੋਵੇਗਾ ਸ੍ਰਿਸ਼ਟੀ ਦਾ, ਉਸ ਆਕਾਰ ਤੋਂ ਪਹਿਲਾਂ ਕੀ ਸੀ? ਉਹ ਜਿਹੜਾ ਸੁਨ ਮੰਡਲ ਹੈ, ਉਹ ਜਿਹੜਾ ਅਰਬਦ ਨਰਬਦ ਧੁੰਦੂ ਕਾਰੇ ਦੀ ਖੇਡ ਦੇ ਵਿੱਚ ਪਸਰਨ ਵਾਲਾ ਹੈ, ਉੱਥੇ ਜਦੋਂ ਸੁਰਤ ਜਾਂਦੀ ਹੋਵੇਗੀ ਕੈਸਾ ਅਚਰਜ ਸਵਾਦ ਹੋਵੇਗਾ। ਉੱਥੇ ਕੈਸਾ ਵਿਸਮਾਦ, ਕੈਸੀ ਅਲੋਕਿਕ ਖੇਡ ਵਰਤਦੀ ਹੋਵੇਗੀ ਜੋ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਹੋ ਸਕਦੀ। ਤੇ ਮੇਰੇ ਪਾਤਸ਼ਾਹ ਤਾਂ ਉਹ ਮਾਣ ਰਹੇ ਨੇ, ਉਹ ਤਾਂ ਉੱਥੇ ਪਹੁੰਚ ਕੇ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਣੀ ਸੀ ਉਹ ਪਹਿਲਾਂ ਮੌਜੂਦ ਸਨ। ਗੁਰੂ ਨਾਨਕ ਪਾਤਸ਼ਾਹ ਉਹ ਹਾਜ਼ਰ ਸਨ ਨਿਰਾਕਾਰ ਸਵਰੂਪ ਵਿੱਚ, ਉਹਨਾਂ ਨਾਲ ਤਾਂ ਰਚੀ ਹੈ ਸ੍ਰਿਸ਼ਟੀ।
ਉਹ ਜਦੋਂ ਸ੍ਰਿਸ਼ਟੀ ਰਚ ਰਹੇ ਹੋਣਗੇ ਉਹ ਜਾਣਦੇ ਨੇ ਕਿਵੇਂ ਰਚੀ ਗਈ ਹੈ, ਕਿਵੇਂ ਪਸਰਿਆ ਹੋਵੇਗਾ ਪਸਾਰਾ, ਕਿਵੇਂ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਦੀ ਖੇਡ ਬੜੀ ਹੋਵੇਗੀ। ਉੱਥੇ ਮਹਾਰਾਜ ਜੀ ਪਹੁੰਚੇ ਹੋਏ ਨੇ। ਕਿਵੇਂ ਮਹਾਰਾਜ ਜੀ ਕਰਮਖੰਡ ਦੀ, ਧਰਮਖੰਡ ਦੀ, ਸ਼ਰਮਖੰਡ ਦੀ, ਸੱਚਖੰਡ ਦੀ ਖੇਡ ਮਹਾਰਾਜ ਜੀ ਵਰਣਨ ਕਰਦੇ ਹਨ। ਤੋ ਕਿਵੇਂ ਮਹਾਰਾਜ ਜੀ ਜੱਤ ਦੇ ਪਹਾਰੇ ਦੀ ਗੱਲ ਕਰਦੇ ਨੇ, ਧੀਰਜ ਦੇ ਸੁਨਿਆਰੇ ਦੀ ਗੱਲ ਕਰਦੇ ਨੇ, ਐਰਨ ਰੂਪੀ ਮੱਤ ਦੀ ਗੱਲ ਕਰਦੇ ਨੇ, ਸ਼ਬਦ ਦੀ ਸੱਚੀ ਟਕਸਾਲ ਦੀ ਗੱਲ ਕਰਦੇ ਨੇ। ਬੜੇ ਡੂੰਘੇ ਭਾਵ ਨੇ ਜਪਜੀ ਸਾਹਿਬ 'ਚ। ਤੋ ਮਹਾਰਾਜ ਜੀ ਕਹਿੰਦੇ ਭਾਈ ਜਪਜੀ ਸਾਹਿਬ ਦੀ ਇਹ ਬਾਣੀ ਦੀ ਕਿਰਪਾ ਗੁਰੂ ਨਾਨਕ ਸਾਹਿਬ ਨੇ ਸਾਡੇ ਤੇ ਕਰਕੇ ਸਾਨੂੰ ਦਿੱਤੀ। ਇਹਦੇ ਤੋਂ ਅਮੋਲਕ ਦਾਤ ਹੋਰ ਕੀ ਹੋ ਸਕਦੀ ਹੈ। ਅਮੁੱਲ ਗੁਣ ਅਮੁੱਲ ਵਪਾਰ ਹੈ। ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਪਾਰੀਏ, ਇਹਦੇ ਜਿਹੜੇ ਵਪਾਰੀ ਨੇ ਉਹ ਵੀ ਅਮੋਲਕ ਨੇ, ਜਿਹੜੇ ਪੜਨ ਵਾਲੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਨੂੰ ਪੜਨ ਵਾਲੇ ਵੀ ਅਮੋਲਕ ਨੇ। ਇਹ ਤਾਂ ਮੁੱਲ ਵਪਾਰ ਹੈ ਹੀ, ਇਹਦਾ ਕੋਈ ਮੁੱਲ ਨਹੀਂ। ਜਿਹੜੇ ਇਹਨੂੰ ਪੜਦੇ ਐ, ਸੁਣਦੇ ਐ, ਲਿਖਦੇ ਐ, ਪੂਜਦੇ ਐ, ਭਾਈ ਉਹ ਵੀ ਅਮੋਲਕ ਨੇ। ਮੁੱਲ ਉਹਨਾਂ ਦਾ ਵੀ ਕੋਈ ਨਹੀਂ। ਅਮੁੱਲ ਵਪਾਰੀਏ। ਇਹੋ ਜੀ ਇਹ ਪਾਵਨ ਅੰਮ੍ਰਿਤ ਬਾਣੀ ਦੀ ਦਾਤ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਦਿੱਤੀ ਹੈ। ਗੁਰ ਅਰਜਨ ਵਰਣਨ ਕਰੀ ਅਰਥ ਖਿਆਤ ਭਾ ਲਿਖ। ਪੰਡਤ ਬ੍ਰਿਜ ਲਾਲ ਨੂੰ ਜਿਵੇਂ ਅਨੁਭਵ ਹੋਇਆ ਸੁਪਨੇ 'ਚ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਹੋਏ। ਬਾਣੀ ਗੁਰੂ ਨਾਨਕ ਸਾਹਿਬ ਨੇ ਉਚਾਰੀ। ਗੁਰੂ ਅਰਜਨ ਸਾਹਿਬ ਨੇ ਜੋ ਉਹਨਾਂ ਨੂੰ ਇਸ ਬਾਣੀ ਦੀ ਮਹਿਮਾ ਦੱਸੀ, ਉਹਦੇ ਜਿਹੜੇ ਅਰਥ ਨੇ ਉਹ ਖਿਆਤ ਪ੍ਰਗਟ ਹੋਏ ਨੇ। ਇਹ ਖਿਆਤੀ ਪ੍ਰਗਟ ਹੋਈ ਹੈ। ਉਹਦੇ ਅਰਥ ਜੋ ਪਿੱਛੇ ਆਪ ਜੀ ਨੇ ਸੁਣੇ ਨੇ ਉਹ ਅਰਥ ਪ੍ਰਗਟ ਹੋਏ ਹਨ। ਸੁਪਨ ਬਾਤ ਪ੍ਰਗਟ ਕਰੀ ਸਤਿਗੁਰ ਪੂਰਨ ਖਿਆਤ। ਪੂਰਨ ਸਤਿਗੁਰੂ ਗੁਰਨ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਹੜੀ ਉਹ ਗੁਪਤ ਬਾਤ ਸੀ ਉਹਨੂੰ ਪ੍ਰਗਟ ਕੀਤਾ, ਜੋ ਸੁਪਨ ਵਿੱਚ ਪੰਡਤ ਬ੍ਰਿਜ ਲਾਲ ਨੇ ਵੇਖੀ ਹੈ। ਇਹਾਂ ਅਰਥ ਵਿਦਤਾਏ ਸੋ ਲਿਖਿਓ ਜੋ ਸਿੱਖ ਸੁਹਾਤ। ਇੱਥੇ ਉਹ ਅਰਥ ਜਿਹੜੇ ਨੇ ਪ੍ਰਗਟ ਕੀਤੇ ਨੇ, ਅੱਗੇ ਲਿਖਾਰੀਆਂ ਨੇ ਫਿਰ ਸੋ ਸਾਖੀ ਦੇ ਵਿੱਚ ਲਿਖੇ ਨੇ। ਪ੍ਰਗਟ ਹੋਏ ਪੰਡਤ ਬ੍ਰਿਜ ਲਾਲ ਜੀ ਮਹਾਰਾਜ ਜੀ ਦੇ 52 ਕਵੀਆਂ ਚੋਂ ਇੱਕ ਸਨ। ਪਿੰਡੀ ਲਾਲ ਜੀ, ਬ੍ਰਿਜ ਲਾਲ ਜੀ, ਨੰਦ ਲਾਲ ਜੀ, ਇਹ ਸਾਰੇ ਮਹਾਰਾਜ ਜੀ ਦੇ 52 ਕਵੀ ਨੇ। ਤੇ ਉਹਨਾਂ ਵਿੱਚੋਂ ਜਿਵੇਂ ਪੰਡਤ ਬ੍ਰਿਜ ਲਾਲ ਜੀ ਨੂੰ ਅਨੁਭਵ ਹੋਇਆ, ਉਹ ਮਹਾਰਾਜ ਜੀ ਨੇ ਪ੍ਰਗਟ ਕਰਕੇ ਉਹਦੇ ਅਰਥ ਜਿਹੜੇ ਨੇ ਉਹ ਦੱਸੇ ਨੇ, ਅੱਗੇ ਲਿਖਾਰੀਆਂ ਨੇ ਸਿੱਖਾਂ ਦੀ ਸਹੂਲਤ ਵਾਸਤੇ ਲਿਖੇ ਹਨ। ਪਾਠਕ ਪਰ ਪੂਰਨ ਕਿਰਪਾ ਅਰਜਨ ਗੁਰੂ ਪ੍ਰਤਾਪ। ਜਿਹੜਾ ਇਸ ਪਾਵਨ ਬਾਣੀ ਦਾ ਪਾਠਕ ਹੈ, ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੈ, ਉਹਦੇ ਤੇ ਗੁਰੂ ਨਾਨਕ ਸਾਹਿਬ ਤੇ ਗੁਰੂ ਅਰਜਨ ਦੇਵ ਸਾਹਿਬ ਦੀ ਕਿਰਪਾ ਵਰਤਦੀ ਹੈ। ਗੁਰੂ ਸਾਹਿਬ ਜੀ ਦਾ ਪ੍ਰਤਾਪ ਉਸ ਨੂੰ ਪ੍ਰਾਪਤ ਹੁੰਦਾ ਹੈ। ਦੇਖ ਪੜੇ ਦੇ ਲਿਖ ਸੁਨੇ ਕਰ ਪੂਜਾ ਗੁਰ ਜਾਪ। ਚਾਰ ਤਰੀਕੇ ਦੱਸ ਰਹੇ ਨੇ ਜਪਜੀ ਸਾਹਿਬ ਦੇ ਸੇਵਨ ਦੇ, ਵੀ ਜਪਜੀ ਸਾਹਿਬ ਨੂੰ ਕਿਵੇਂ ਸੇਵਣਾ। ਕੋਈ ਪੁੱਛੇ ਵੀ ਜਪਜੀ ਸਾਹਿਬ ਨੂੰ ਕਿਵੇਂ ਸੇਵਣਾ, ਚਾਰ ਤਰੀਕਿਆਂ ਨਾਲ ਸੇਵਿਆ ਜਾ ਸਕਦਾ। ਇੱਕ, ਵੇਖ ਕੇ ਇਹਦਾ ਦਰਸ਼ਨ ਕਰ ਲਓ। ਦਰਸ਼ਨ ਕਰਕੇ ਪੂਜਣਾ। ਮਹਾਰਾਜ ਜੀ ਨੂੰ ਹੁਣ ਆਪਾਂ ਨਮਸਕਾਰ ਕਰ ਰਹੇ ਹਾਂ, ਪੂਜ ਰਹੇ ਹਾਂ ਨਾ, ਇਹ ਦਰਸ਼ਨ ਕਰਨੇ। ਵਿੱਚ ਜਪਜੀ ਸਾਹਿਬ ਵੀ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਤੋਂ ਨਮਸਕਾਰ ਹੋ ਰਹੀ ਹੈ, ਪੂਜਣਾ। ਦੂਜਾ, ਦੇ ਲਿਖ, ਲਿਖ ਕੇ ਦੇਣਾ। ਪੋਥੀ ਦੇਣੀ ਜਪਜੀ ਸਾਹਿਬ ਦੀ ਲਿਖ ਕੇ ਕਿਸੇ ਨੂੰ ਪੜ੍ਹਨ ਲਈ। ਫਿਰ ਆਪ ਪੜ੍ਹੇ। ਤੀਜਾ, ਪਹਿਲਾ ਵੇਖੇ ਦਰਸ਼ਨ ਕਰੇ, ਦੂਜਾ ਪੜ੍ਹੇ, ਤੀਜਾ ਲਿਖ ਕੇ ਦੇਵੇ, ਤੇ ਚੌਥਾ ਹੈ ਸੁਣੇ। ਇਹ ਚਾਰ ਤਰੀਕੇ ਨੇ ਜਪਜੀ ਸਾਹਿਬ ਦੀ ਸੇਵਾ ਦੇ। ਇਹਨਾਂ ਚਾਰਾਂ ਚੋਂ ਕੋਈ ਇੱਕ ਵੀ ਕਰ ਲਿਓ ਮੁਕਤ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚਾਰਾਂ ਚੋਂ ਇੱਕ ਵੀ ਕਰ ਲੈ ਮੁਕਤ ਹੈ। ਦਰਸ਼ਨ ਕਰਨ ਮਾਤਰ ਨਾਲ ਵੀ ਮੁਕਤ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤਿ ਸ੍ਰੀ ਅਕਾਲ। ਪੜ ਕੇ ਕੀ ਮਿਲੇਗਾ, ਫਿਰ ਅੱਗੇ ਸੁਣ ਕੇ, ਫਿਰ ਲਿਖ ਕੇ, ਉਹਦੇ ਅੱਗੇ ਅਗਾਧ ਬੋਧ ਹੀ ਖੇੜਾ। ਦਰਸ਼ਨ ਕਰਨ ਮਾਤਰ ਨਾਲ ਹੀ ਮੁਕਤ ਹੈ। ਤਦੇ ਪੰਡਤ ਨਿਹਾਲ ਸਿੰਘ ਜੀ ਨੇ ਕਿਹਾ, ਦਰਸ ਪਰਸ ਕੀਨੋ ਗੁਰੂ ਗ੍ਰੰਥ ਮਹਾਰਾਜ ਜੂ ਕੇ ਪਾਪ ਜਨਮਾਂਤਰ ਕੇ ਪੁਨ ਰੂਪ ਧਾਰਤੇ।
ਸਤਿਗੁਰਾਂ ਦੇ ਦਰਸ਼ਨ ਪਰਸਣੇ ਮਾਤਰ ਨਾਲ ਹੀ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਪਾਪ ਪੁੰਨਾਂ 'ਚ ਤਬਦੀਲ ਹੋ ਜਾਂਦੇ ਨੇ। ਕੇਵਲ ਦਰਸ਼ਨ ਪਰਸਣੇ ਮਾਤਰ ਸੇ ਹੀ, ਆਹਾ, ਦਰਸ਼ਨ ਪਰਸਣੇ ਮਾਤਰ ਸੇ। ਇਹ ਦਰਸ਼ਨ ਪਰਸਣ ਦਾ ਵੀ ਐਡਾ ਵੱਡਾ ਮਹਾਤਮ ਹੈ। ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ। ਗੁਰਬਾਣੀ ਗੁਰੂ ਹੈ। ਤੌਲੋ ਹੀ ਇਹ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਪੰਡਤ ਨਿਹਾਲ ਸਿੰਘ ਜੀ ਕਹਿੰਦੇ, ਤੌਲੋ ਹੀ ਦੀਨ ਦਾਰਦ ਸੋ ਦੀਨਤਾ ਦਿਖਾਈ ਦੇਤ, ਜੌਲੋ ਦੇਵ ਤਰ ਕੇ ਸਮੀਪ ਨਾ ਪਧਾਰਿਓ ਹੈ। ਤੌਲੋ ਤਮ ਤੋਮ ਹੈ ਘਨੇਰੋ ਨੀਚ ਜਗ ਵੇਖੈ, ਜੌਲੋ ਮਾਰ ਤੰਡ ਨਾ ਪ੍ਰਕਾਸ਼ ਕੋ ਬਿਥਾਰਿਓ ਹੈ। ਤੌਲੋ ਹੀ ਇਹ ਧੀਰਜ ਪਮਾਨ ਕੇ ਬਸੇਰੋ ਪੀਨ, ਜੌਲੋ ਮਿਰਗ ਨੈਣੀ ਨਾ ਕਟਾਛ ਬਾਨ ਮਾਰਿਓ ਹੈ। ਤੌਲੋ ਹੀ ਇਹ ਪੀਨ ਪਾਪਨ ਕੇ ਝੁੰਡਨ ਕੇ ਝੁੰਡ ਗਾਜੈ, ਜੌਲੋ ਗੁਰੂ ਗ੍ਰੰਥ ਮਹਾਰਾਜ ਨਾ ਨਿਹਾਰਿਓ ਹੈ। ਹਨੇਰਾ ਉਦੋਂ ਤੱਕ ਹੀ ਹੈ ਜਦੋਂ ਤੱਕ ਸੂਰਜ ਨਾ ਚੜੇ। ਸੂਰਜ ਚੜੇ ਫਿਰ ਕਾਹਦਾ ਹਨੇਰਾ? ਸਾਡੇ ਹਿਰਦੇ 'ਚ ਪਾਪਾਂ ਦੇ ਝੁੰਡਾਂ ਦੇ ਝੁੰਡ ਉਦੋਂ ਤੱਕ ਹੀ ਗੱਜਦੇ ਨੇ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਹੀਂ ਕਰਦੇ। ਜਦੋਂ ਦਰਸ਼ਨ ਕਰ ਲੈ ਵੱਡੇ ਵੱਡੇ ਪਾਪ ਨੱਠ ਜਾਂਦੇ ਹਨ। ਤੇ ਕਹਿੰਦੇ ਜਪਜੀ ਸਾਹਿਬ ਦੇ ਸੇਵਨ ਦੇ 4 ਤਰੀਕੇ, ਦਰਸ਼ਨ ਕਰਨੇ, ਪੜ੍ਹਨਾ, ਲਿਖ ਕੇ ਪੋਥੀ ਦੇਣੀ ਤੇ ਫਿਰ ਸੁਣਨਾ। कल जुग में चहो बरण को, 4 भांत का जाप। ਕਲ ਯੁਗ ਵਿੱਚ 4 ਪ੍ਰਕਾਰ ਦਾ ਜਾਪ ਹੈ। ਜਪਜੀ ਸਾਹਿਬ ਦਾ ਜਾਪ 4 ਤਰ੍ਹਾਂ ਦਾ, 4 ਬਾਣੀਆਂ ਦੁਆਰਾ। ਪਰਾ ਪਸ਼ੰਤੀ ਮਧਮਾ ਪੈਖਰੀ, ਉਹਦਾ ਜ਼ਿਕਰ ਆ ਰਿਹਾ। ਸਮਾਂ ਇਜਾਜ਼ਤ ਨਹੀਂ ਦਿੰਦਾ। ਉਹ ਪਰਾ ਪਸ਼ੰਤੀ ਮਧਮਾ ਪੈਖਰੀ ਦੁਆਰਾ ਕਿਵੇਂ ਦਾ ਜਾਪ ਜਪਦੇ ਨੇ ਗੁਰਸਿੱਖ, ਉਹ ਕਥਾ ਵੀ ਅੱਗੇ ਆ ਰਹੀ ਹੈ। ਆਪ ਜੀ ਸਰਵਣ ਕਰੋਗੇ ਸਮੇਂ ਸਮੇਂ ਨਾਲ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਇੱਕ ਵਾਰ ਫੇਰ ਸਮੁੱਚੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ, 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 ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म, अविनाशी अगनाश, हे पूरन हे सर्वमय, सुख पंजन गुणतास, हे संगी हे निरंकार, हे निर्गुण सब टेक, हे गोबिंद हे गुण निधान, कै सदा विवेक, हे अपरंपर हर हरे, है पी होवन हार, हे संत
ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ ਏ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜਾ ਨਾਮ ਦਾਨ ਰੱਖ ਹੋਈਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।